सत श्री अकाल दोस्तों, स्वागत है थोड़ा फतेह सर जीएस क्लासेस ਦੇ YouTube ਚੈਨਲ ਤੇ। ਹਾਜ਼ਰ ਅਸੀਂ ਤੁਹਾਡੇ ਲਈ ਲੈ ਕੇ ਇੰਡੀਅਨ ਪੋਲਿਟੀ ਜੋ ਕਿ ਅਸੀਂ ਕਰ ਰਹੇ ਹਾਂ ਪੰਜਾਬੀ ਦੇ ਵਿੱਚ ਸਪੈਸ਼ਲੀ, ਅਤੇ ਜੋ ਪੋਲਿਟੀ ਅਸੀਂ MCQs ਦੇ ਥਰੂ ਕਰ ਰਹੇ ਹਾਂ। ਤੁਸੀਂ ਇਹਨੂੰ ਐਜ਼ ਅ ਟੈਸਟ ਵੀ ਲੈ ਸਕਦੇ ਹੋ ਅਤੇ ਜਾਂ ਤੁਸੀਂ ਇਹਨੂੰ ਐਜ਼ ਅ ਰਿਵੀਜ਼ਨ ਵੀ ਲੈ ਸਕਦੇ ਹੋ। ਤੇ ਜਿਹੜੀ ਸੀਰੀਜ਼ ਹੈ ਮੋਸਟ ਇੰਪੋਰਟੈਂਟ ਰਹਿਣ ਵਾਲੀ ਹੈ ਸਾਡੇ ਨਾਇਬ ਤਹਿਸੀਲਦਾਰ ਦੇ ਐਗਜ਼ਾਮ ਦੇ ਲਈ। ਅੱਜ ਸਾਡੇ ਕੋਲੇ ਪਾਰਟ 6 ਆ। ਇਸ ਤੋਂ ਪਹਿਲਾਂ ਆਲਰੇਡੀ ਪਾਰਟ 5 ਆ ਚੁੱਕੇ ਨੇ, 5 ਭਾਗ ਆ ਚੁੱਕੇ ਨੇ। ਜੇ ਤੁਸੀਂ ਉਹ ਨਹੀਂ ਦੇਖੇ ਤਾਂ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜ਼ਰੂਰ ਦੇਖ ਲਿਓ ਜੀ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ MCQs ਤਾਂ ਕਰਦੇ ਹੀ ਆ, ਉਹਦੇ ਨਾਲ ਨਾਲ ਫੁੱਲ ਡਿਟੇਲ ਕਾਫੀ ਜ਼ਿਆਦਾ ਜਿਹੜੀ ਐਕਸਟਰਾ ਡਿਟੇਲ ਹੁੰਦੀ ਆ ਉਹ ਆਪਾਂ ਕਰ ਲੈਂਦੇ ਆ। ਤੇ ਜੇ ਤੁਸੀਂ ਇਹ ਪੂਰੀ ਦੀ ਪੂਰੀ ਸੀਰੀਜ਼ ਦੇਖ ਲਈ ਤਾਂ ਡੈਮ ਸ਼ੋਰ ਗਾਰੰਟੀ ਹੈ ਕਿ ਤੁਹਾਨੂੰ ਪੋਲਿਟੀ ਦਾ ਕੁਐਸਚਨ ਇਦੋਂ ਬਾਹਰ ਨਹੀਂ ਆਊਗਾ ਨਾਇਬ ਤਹਿਸੀਲਦਾਰ ਦੇ ਪੇਪਰ ਦੇ ਲਈ। ਇਸ ਦੇ ਨਾਲ ਅਸੀਂ ਇੱਕ ਆਲਰੇਡੀ ਪੰਜਾਬ ਜੀਕੇ ਨੂੰ ਲੈ ਕੇ ਸਿੱਖ ਗੁਰੂਆਂ ਦੀ ਹਿਸਟਰੀ ਦੇ ਰਿਲੇਟਡ ਇੱਕ ਵੀਡੀਓ ਪਾ ਚੁੱਕੇ ਹਾਂ। ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜੂਗਾ, ਨਹੀਂ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤਾਂ ਕੀਤਾ ਹੋਇਆ ਹੈ ਜੀ। ਉਹਦੇ ਕੰਟੈਂਟ ਦੇ ਵੀਡੀਓ ਵਿੱਚ ਜਾਇਓ, ਉੱਥੇ ਤੁਹਾਨੂੰ ਉਹ ਵੀਡੀਓ ਮਿਲ ਜਾਊਗੀ। ਬਹੁਤ ਇੰਪੋਰਟੈਂਟ ਉਹ ਵੀ ਵੀਡੀਓ ਆ, ਕਿਉਂਕਿ ਉਹਦੇ ਵਿੱਚੋਂ ਜੋ ਵੀ ਸਿੱਖ ਗੁਰੂਆਂ ਦੇ ਰਿਲੇਟਡ ਸਾਨੂੰ ਪੰਜਾਬ ਜੀਕੇ ਦਾ ਕੁਐਸਚਨ ਆਊਗਾ ਉਹ ਡੈਮ ਸ਼ੋਰ ਹੈ ਕਿ ਉਹ ਤੁਹਾਡਾ ਸਹੀ ਹੋਊਗਾ ਹੀ ਹੋਊਗਾ ਜੇ ਤੁਸੀਂ ਧਿਆਨ ਨਾਲ ਉਹ ਵੀਡੀਓ ਦੇਖੀ ਹੋਊਗੀ। ਤਾਂ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਤੇ ਜੇ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ, ਸ਼ੇਅਰ ਜ਼ਰੂਰ ਕਰੋ ਜੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਅਤੇ ਜੇ ਮੈਂ ਕੋਈ ਕੁਐਸਚਨ ਪੁੱਛਦਾ ਉਹਦਾ ਕਮੈਂਟ ਦੇ ਵਿੱਚ ਆਨਸਰ ਜ਼ਰੂਰ ਕਰਿਆ ਕਰੋ। ਚਲੋ ਸ਼ੁਰੂ ਕਰਦੇ ਹਾਂ ਅੱਜ ਦਾ ਵੀਡੀਓ। ਕੁਐਸਚਨ ਨੰਬਰ ਸਾਡੇ ਕੋਲ ਹੈਗਾ ਜੀ 61। ਇਹ ਜਿਵੇਂ ਮੈਂ ਦੱਸਿਆ ਤੁਹਾਨੂੰ ਸੀਰੀਜ਼ ਆ, ਇਹਦੇ ਵਿੱਚ ਅਲੱਗ-ਅਲੱਗ ਟਾਈਪ ਦੇ ਕੁਐਸਚਨ ਹੁੰਦੇ ਆ। ਇਹ ਤੋਂ ਪਹਿਲਾਂ ਅਸੀਂ ਆਲਰੇਡੀ ਟਾਈਪ 1 ਕਰ ਚੁੱਕੇ ਹਾਂ, ਟਾਈਪ 2 ਆ, ਟਾਈਪ 3 ਉਹ ਲੈਵਲ ਥੋੜਾ ਮੋਡਰੇਟ ਹੁੰਦਾ ਜਾਊਗਾ, ਥੋੜਾ ਡਿਫੀਕਲਟ ਹੁੰਦਾ ਜਾਊਗਾ। ਤੇ ਸਾਡਾ ਟਾਰਗੇਟ ਆ ਕਿ 500 ਦੇ ਅਰਾਊਂਡ ਕੁਐਸਚਨ ਕਰਨੇ ਆ ਜੀ ਆਪਾਂ ਇਸ ਪੂਰੀ ਦੀ ਪੂਰੀ ਸੀਰੀਜ਼ ਦੇ ਵਿੱਚ। ਚਲੋ ਤਾਂ ਸਾਡਾ 61 ਕੁਐਸਚਨ ਆ ਰਿਟ ਇਸ਼ੂਡ ਬਾय ਦਾ ਹਾਈ ਕੋਰਟ ਔਰ ਸੁਪਰੀਮ ਕੋਰਟ। ਕਹਿੰਦੇ ਇਹ ਰਿਟ ਆ ਜਿਹੜੀ ਕਿ ਇਸ਼ੂ ਕੀਤੀ ਜਾਂਦੀ ਹੈ ਹਾਈ ਕੋਰਟ ਦੇ ਦੁਆਰਾ ਜਾਂ ਸੁਪਰੀਮ ਕੋਰਟ ਦੇ ਦੁਆਰਾ ਟੂ ਪ੍ਰੋਟੈਕਟ ਦਾ ਫੰਡਾਮੈਂਟਲ ਰਾਈਟ ਆਫ ਦਾ ਸਿਟੀਜ਼ਨ ਆਰ ਨੋਨ ਐਜ਼। ਕਹਿੰਦੇ ਜਦੋਂ ਫੰਡਾਮੈਂਟਲ ਰਾਈਟ ਜਿਹੜੇ ਸਾਡੇ ਸਿਟੀਜ਼ਨ ਆ ਉਹਨਾਂ ਦੇ ਫੰਡਾਮੈਂਟਲ ਰਾਈਟ ਨੂੰ ਪ੍ਰੋਟੈਕਟ ਕਰਨ ਦੇ ਲਈ ਜੁਡੀਸ਼ਰੀ ਕੋਈ ਰਿਟ ਇਸ਼ੂ ਕਰਦੀ ਆ, ਉਸ ਰਿਟ ਨੂੰ ਅਸੀਂ ਕੀ ਕਹਿੰਦੇ ਆ। ਸਾਡਾ ਆਪਸ਼ਨ ਨੰਬਰ ਫਸਟ ਹੈਗਾ ਮੈਂਡੇਮਸ, ਸੈਕੰਡ ਹੈਗਾ ਕੋਵਰੰਟੋ, ਥਰਡ ਹੈਗਾ ਸਰਸ਼ਰੀ ਐਂਡ ਫੋਰਥ ਹੈਗਾ ਹੈਬਸ ਕਾਰਪਸ। तो जो ਇਹਦਾ ਸਹੀ ਆਨਸਰ ਹੋਗਾ ਜੀ ਸਾਡੇ ਕੋਲੇ ਹੈਬਸ ਕਾਰਪਸ, ਆਪਸ਼ਨ ਨੰਬਰ 4 ਇਜ਼ ਦਾ ਕਰੈਕਟ ਆਨਸਰ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਆਲਰੇਡੀ ਸ਼ਾਇਦ ਉਹ 4th ਨੰਬਰ ਵਾਲੀ ਵੀਡੀਓ ਆ ਜਿਹਦੇ ਵਿੱਚ ਮੈਂ ਪ੍ਰੋਪਰਲੀ ਡਿਟੇਲ ਦੇ ਵਿੱਚ ਕਰਵਾ ਚੁੱਕਾ ਸਾਰੀਆਂ ਦੀਆਂ ਸਾਰੀਆਂ ਰਿਟਸ। ਤਾਂ ਪਲੀਜ਼ ਇੱਕ ਵਾਰ ਉਹਨੂੰ ਜ਼ਰੂਰ ਦੇਖ ਲਿਓ ਤਾਂ ਕਿ ਜੋ ਰਿਟ ਦੇ ਰਿਲੇਟਡ ਤੁਹਾਡਾ ਕੋਈ ਵੀ ਕੁਐਸਚਨ ਉਹ ਗਲਤ ਨਾ ਹੋਵੇ। ਤੇ ਜੇ ਤੁਸੀਂ ਆਲਰੇਡੀ ਉਹ ਵੀਡੀਓ ਦੇਖੀ ਆ ਤਾਂ ਮੈਂ ਉਮੀਦ ਕਰਦਾ ਕਿ ਤੁਸੀਂ ਇਹਦਾ ਆਨਸਰ ਮੇਰੇ ਦੱਸਣ ਤੋਂ ਪਹਿਲਾਂ ਹੀ ਸੋਚ ਲਿਆ ਹੋਊਗਾ, ਠੀਕ ਹੈ। ਤੇ ਜੇ ਤੁਸੀਂ ਆਲਰੇਡੀ ਪਹਿਲਾਂ ਪੋਲਿਟੀ ਕੀਤੀ ਹੋਈ ਆ, ਇਹਨੂੰ ਐਜ਼ ਅ ਟੈਸਟ ਲੈਣਾ ਹੈ, ਜਦੋਂ ਹੀ ਕੋਈ ਕੁਐਸਚਨ ਆਊਗਾ ਤੁਸੀਂ ਇੱਕ ਵਾਰ ਵੀਡੀਓ ਨੂੰ ਪੌਜ਼ ਕਰੋ, ਉਸ ਤੋਂ ਬਾਅਦ ਕੁਐਸਚਨ ਰੀਡ ਕਰੋ, ਉਹਦਾ ਆਨਸਰ ਦੇਖੋ, ਸੋਚੋ ਤੁਸੀਂ ਆਨਸਰ ਕੀ ਸੋਚਿਆ ਹੈ, ਉਸ ਤੋਂ ਬਾਅਦ ਤੁਹਾਨੂੰ ਆਨਸਰ ਮੈਂ ਦੱਸੂਗਾ, ਠੀਕ ਹੈ। ਚਲੋ ਅੱਗੇ ਸਾਡੇ ਕੋਲ ਨੈਕਸਟ ਕੁਐਸਚਨ ਹੈ ਦਾ ਮੇਨ ਪਰਪਸ ਆਫ ਇਨਕਲੂਡਿੰਗ ਦਾ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਇਨ ਇੰਡੀਅਨ ਕੌਂਸਟੀਟਿਊਸ਼ਨ। ਕਹਿੰਦੇ ਸਾਡੇ ਜਿਹੜਾ ਇੰਡੀਅਨ ਕੌਂਸਟੀਟਿਊਸ਼ਨ ਉਹਦੇ ਵਿੱਚ ਸਾਨੂੰ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪੋਲਿਸੀ ਮਿਲਦੀਆਂ, ਉਹਨਾਂ ਦਾ ਕਾਰਨ ਕੀ ਆ, ਕਿਉਂ ਰੱਖੀਆਂ ਗਈਆਂ। ਸਾਡੇ ਕੋਲ ਪਹਿਲਾ ਆਪਸ਼ਨ ਹੈ ਜੀ ਐਸਟੈਬਲਿਸ਼ ਆ ਵੈਲਫੇਅਰ ਸਟੇਟ, ਕਿ ਅਸੀਂ ਚਾਹੁੰਦੇ ਹਾਂ ਸਾਡੀ ਸਟੇਟ ਜਿਹੜੀ ਵੈਲਫੇਅਰ ਹੋਵੇ। ਸੈਕੰਡ ਆਪਸ਼ਨ ਆ ਐਸਟੈਬਲਿਸ਼ ਆ ਸੈਕੂਲਰ ਸਟੇਟ, ਕਿ ਸਾਡੀ ਸਟੇਟ ਇੱਕ ਸੈਕੂਲਰ ਸਟੇਟ ਹੋਵੇ। ਪਹਿਲੀ ਦੇ ਵਿੱਚ ਵੈਲਫੇਅਰ ਸਟੇਟ ਕਿਹਾ ਗਿਆ, ਦੂਜੀ ਵਿੱਚ ਸੈਕੂਲਰ ਸਟੇਟ। ਤੀਜਾ ਆ ਚੈੱਕ ਦਾ ਆਰਬਿਟਰੀ ਐਕਸ਼ਨ ਆਫ ਦਾ ਗੌਰਮੈਂਟ, ਕਿ ਜਿਹੜੀ ਗੌਰਮੈਂਟ ਆਪਦੀ ਮਨਮਰਜ਼ੀ ਨਾ ਕਰੇ ਉਹਦੇ ਲਈ ਬਣਾਇਆ ਗਿਆ। ਐਂਡ ਚੌਥਾ ਆਪਸ਼ਨ ਆ ਪ੍ਰੋਵਾਈਡ ਬੈਸਟ ਓਪਰਚੁਨਿਟੀਜ਼ ਆਫ ਡਿਵੈਲਪਮੈਂਟ ਬਾਈ ਦਾ ਗੌਰਮੈਂਟ, ਜਿਹੜੀ ਗੌਰਮੈਂਟ ਆ ਉਹ ਵਧੀਆ ਡਿਵੈਲਪਮੈਂਟ ਕਰੇ ਉਹਦੇ ਲਈ। ਤੇ ਜੇ ਉਹਦਾ ਸਹੀ ਆਨਸਰ ਹੋਗਾ ਸਾਡੇ ਕੋਲ ਜੀ ਵੈਲਫੇਅਰ ਸਟੇਟ, ਜਿਹੜੀ ਸਾਡੀ ਸਰਕਾਰ ਆ ਉਹ ਵੈਲਫੇਅਰ ਦੇ ਕੰਮ ਕਰੇ, ਇਸ ਲਈ ਹੀ ਡਾਇਰੈਕਟਿਵ ਪ੍ਰਿੰਸੀਪਲਸ ਨੂੰ ਇਸ ਕੌਂਸਟੀਟਿਊਸ਼ਨ ਦੇ ਵਿੱਚ ਰੱਖਿਆ ਗਿਆ। ਜਿਵੇਂ ਕਿ ਮੈਂ ਦੱਸਾਂ ਤੁਹਾਨੂੰ ਫੰਡਾਮੈਂਟਲ ਰਾਈਟ ਜਿਹੜੇ ਹੁੰਦੇ ਆ ਉਹ ਹੁੰਦੇ ਆ ਸਿਟੀਜ਼ਨ ਦੇ ਲਈ, ਠੀਕ ਆ ਜੀ। ਕਿਹਦੇ ਲਈ ਹੁੰਦੇ ਆ, ਸਿਟੀਜ਼ਨ ਦੇ ਲਈ ਐਂਡ ਸਿਟੀਜ਼ਨਸ। ਤੇ ਜਿਹੜੇ ਡਾਇਰੈਕਟਿਵ ਪ੍ਰਿੰਸੀਪਲ ਆ DPSP ਇਹ ਹੁੰਦੇ ਆ ਗੌਰਮੈਂਟ, ਵੀ ਗੌਰਮੈਂਟ ਨੇ ਆਹ ਕੰਮ ਕਰਨਾ, ਗੌਰਮੈਂਟ ਨੇ ਉਹ ਕੰਮ ਕਰਨਾ, ਗੌਰਮੈਂਟ ਨੂੰ ਡਾਇਰੈਕਸ਼ਨਸ ਦਿੱਤੀਆਂ ਗਈਆਂ DPSP ਦੇ ਅੰਡਰ। DPSP ਸਾਡੇ ਕੌਂਸਟੀਟਿਊਸ਼ਨ ਦੇ ਵਿੱਚ ਪਾਰਟ 4 ਦੇ ਵਿੱਚ ਆਉਂਦੇ ਆ ਜੀ, ਠੀਕ ਆ, ਜਿਹੜੇ ਕਿ 36 ਤੋਂ ਲੈ ਕੇ 51 ਤੱਕ ਆ। ਕਲੀਅਰ। ਇੱਕ ਹੋਰ ਇੰਪੋਰਟੈਂਟ ਗੱਲ, DPSP ਜਸਟਿਸਿਏਬਲ ਨਹੀਂ ਹੁੰਦੇ, ਠੀਕ ਆ ਜੀ, ਜਸਟਿਸਿਏਬਲ ਨਹੀਂ ਹੁੰਦੇ, ਨੌਨ ਜਸਟਿਸਿਏਬਲ ਆ। ਮੀਨਸ ਜੇ ਕੋਈ ਸਰਕਾਰ ਇਹਨੂੰ ਫੋਲੋ ਨਹੀਂ ਕਰਦੀ ਜੋ DPSP ਦੇ ਵਿੱਚ ਲਿਖਿਆ ਗਿਆ ਤਾਂ ਤੁਸੀਂ ਉਹਨੂੰ ਚੈਲੰਜ ਨਹੀਂ ਕਰ ਸਕਦੇ ਕਿਸੇ ਵੀ ਕੋਰਟ ਦੇ ਵਿੱਚ। ਚਲੋ ਨੈਕਸਟ ਕੁਐਸਚਨ ਆ ਸਾਡੇ ਕੋਲੇ ਵਿਚ ਵਨ ਆਫ ਦਾ ਫੋਲੋਇੰਗ ਫੰਡਾਮੈਂਟਲ ਰਾਈਟ, ਜਿਹੜਾ ਸਾਡੇ ਕੋਲ ਫੰਡਾਮੈਂਟਲ ਰਾਈਟ ਦਿੱਤੇ ਗਏ ਥੱਲੇ
ਉਹਨਾਂ ਵਿੱਚੋਂ ਵਾਜ਼ ਡਿਸਕ੍ਰਾਈਬਡ ਬਾਏ ਦਾ ਡਾਕਟਰ ਬੀ ਆਰ ਅੰਬੇਦਕਰ ਐਜ਼ ਅ ਹਾਰਟ ਐਂਡ ਸੋਲ ਆਫ ਦਾ ਇੰਡੀਅਨ ਕਨਸਟੀਟਿਊਸ਼ਨ। ਕਹਿੰਦੇ ਕਿਹੜੇ ਫੰਡਾਮੈਂਟਲ ਰਾਈਟ ਨੂੰ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਹਾਰਟ ਐਂਡ ਸੋਲ ਕਿਹਾ ਸਾਡੇ ਕਨਸਟੀਟਿਊਸ਼ਨ ਦਾ? ਫਸਟ ਆਪਸ਼ਨ ਆ ਜੀ ਰਾਈਟ ਟੂ ਰਿਲੀਜਨ, ਸੈਕੰਡ ਆਪਸ਼ਨ ਆ ਰਾਈਟ ਟੂ ਕਨਸਟੀਟਿਊਸ਼ਨਲ ਰੈਮੇਡੀਜ਼, ਥਰਡ ਆਪਸ਼ਨ ਆ ਰਾਈਟ ਟੂ ਪ੍ਰੋਪਰਟੀ ਐਂਡ ਫੋਰਥ ਆਪਸ਼ਨ ਹੈ ਰਾਈਟ ਟੂ ਐਜੂਕੇਸ਼ਨ। ਇਹਦਾ ਜਿਹੜਾ ਸਹੀ ਆਂਸਰ ਹੈ ਉਦੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਰਾਈਟ ਟੂ ਰਿਲੀਜਨ ਸਾਡੇ ਕੋਲ ਹੈਗਾ 25, ਠੀਕ ਆ 25 ਤੋਂ ਲੈ ਕੇ 28 ਤੱਕ ਚੱਲਦੇ ਆ ਰਾਈਟ ਟੂ ਰਿਲੀਜਨ ਵਾਲੇ ਸਾਰੇ ਹੀ। ਕਨਸਟੀਟਿਊਸ਼ਨਲ ਰੈਮੇਡੀਜ਼ 32, ਰਾਈਟ ਟੂ ਪ੍ਰੋਪਰਟੀ ਇਹ 31 'ਚ ਹੁੰਦਾ ਸੀਗਾ ਤੇ ਸਾਨੂੰ 19F ਵਿੱਚ ਵੀ ਮਿਲਦਾ ਸੀਗਾ ਪਹਿਲਾਂ ਇਹ। ਫਿਰ ਹੈਗਾ ਰਾਈਟ ਟੂ ਐਜੂਕੇਸ਼ਨ 21A। ਪਹਿਲਾਂ ਮੈਂ ਇਹਦਾ ਆਨਸਰ ਬਾਅਦ 'ਚ ਦੱਸੂਗਾ, ਤੁਸੀਂ ਇਹ ਦੱਸੋ ਕਿ ਰਾਈਟ ਟੂ ਪ੍ਰੋਪਰਟੀ ਜਿਹੜਾ ਅਮੈਂਡ ਹੋ ਚੁੱਕਾ ਆ ਉਹ ਅੱਜ ਕਿਹੜੇ ਆਰਟੀਕਲ ਦੇ ਵਿੱਚ ਆ, ਐਂਡ ਇੱਕ ਮਿੰਟ 'ਚ ਤੁਸੀਂ ਆਨਸਰ ਦੱਸਣਾ ਸਾਨੂੰ, ਆਰਟੀਕਲ ਨੰਬਰ ਦੱਸਣਾ ਐਂਡ ਅਮੈਂਡਮੈਂਟ ਨੰਬਰ ਦੱਸਣੀ ਆ ਕਿ ਕਿਹੜੀ ਅਮੈਂਡਮੈਂਟ ਨੰਬਰ ਸੀਗੀ। ਠੀਕ ਆ, 2 ਕੁਐਸਚਨ ਆ, ਇਹਦਾ ਆਨਸਰ ਦਿਓ। ਤੇ ਜਿਹੜਾ ਇਸ ਕੁਐਸਚਨ ਦਾ ਸਹੀ ਆਨਸਰ ਇਹ ਹੋਏਗਾ ਸਾਡੇ ਕੋਲੇ ਰਾਈਟ ਟੂ ਕਨਸਟੀਟਿਊਸ਼ਨਲ ਰੈਮੇਡੀਜ਼ ਆਰਟੀਕਲ 32, ਇਹਨੂੰ ਕਿਹਾ ਗਿਆ ਜੀ ਹਾਰਟ ਐਂਡ ਸੋਲ ਆਫ ਦਾ ਇੰਡੀਅਨ ਕਨਸਟੀਟਿਊਸ਼ਨ। ਚਲੋ ਨੈਕਸਟ ਕੁਐਸਚਨ ਆ ਸਾਡੇ ਕੋਲੇ, ਨੋ ਪਰਸਨ ਸ਼ੈਲ ਬੀ ਅ ਸਿਟੀਜ਼ਨ ਆਫ ਇੰਡੀਆ ਇਫ ਹੀ ਹੈਜ਼। ਕਹਿੰਦੇ ਕੋਈ ਵੀ ਇੱਦਾਂ ਦਾ ਇਨਸਾਨ ਆ ਉਹ ਇੰਡੀਆ ਦਾ ਸਿਟੀਜ਼ਨ ਨਹੀਂ ਹੋ ਸਕਦਾ ਜੇ ਉਹਦੇ ਕੋਲ ਹੈਗਾ ਹੈਜ਼, ਕੀ ਹੈਗਾ ਉਹਦੇ ਕੋਲ ਜੀ, ਲਿਵਡ ਇਨ ਫੋਰਨ ਕੰਟਰੀ ਫॉर ਮੋਰ ਦੈਨ 5 ਈਅਰ, ਜੇ 5 ਸਾਲ ਤੋਂ ਜ਼ਿਆਦਾ ਕਿਸੇ ਕੰਟਰੀ ਵਿੱਚ ਰਹਿ ਕੇ ਆ ਗਿਆ ਆ। ਸੈਕੰਡ, ਬੀਨ ਕਨਵਿਕਟਡ ਬਾਏ ਫੋਰਨ ਕੋਰਟ ਆਫ ਲਾਅ, ਜੇ ਉਹਨੂੰ ਕਿਸੇ ਦੂਜੀ ਕੰਟਰੀ ਦੇ ਦੁਆਰਾ ਦੋਸ਼ੀ ਕਰਾਰ ਦਿੱਤਾ ਗਿਆ ਆ। ਵੋਲੰਟਰਲੀ ਐਕਵਾਇਰਡ ਸਿਟੀਜ਼ਨਸ਼ਿਪ ਆਫ ਅਨਦਰ ਕੰਟਰੀ, ਜਿਹਨੇ ਆਪਦੀ ਮਰਜ਼ੀ ਦੇ ਨਾਲ ਕਿਸੇ ਦੂਜੀ ਕੰਟਰੀ ਦੀ ਸਿਟੀਜ਼ਨਸ਼ਿਪ ਨੂੰ ਅਡੋਪਟ ਕਰ ਲਿਆ ਆ, ਐਕਵਾਇਰ ਕਰ ਲਿਆ ਆ। ਐਂਡ ਚੌਥਾ ਆਪਸ਼ਨ ਹੈ ਐਕਸੈਪਟਡ ਇੰਪਲੋਇਮੈਂਟ ਇਨ ਅਨਦਰ ਕੰਟਰੀ, ਜੇ ਉਹ ਦੂਜੀ ਕੰਟਰੀ ਦੇ ਵਿੱਚ ਇੰਪਲੋਇਮੈਂਟ ਕਰਨ ਲੱਗ ਪਿਆ। ਤੇ ਸਾਨੂੰ ਪਤਾ ਆ ਸਾਡੇ ਕੋਲ ਹੈਗੀ ਜੀ ਸਿੰਗਲ ਸਿਟੀਜ਼ਨਸ਼ਿਪ। ਠੀਕ ਆ, ਕੀ ਆ, ਸਿੰਗਲ ਸਿਟੀਜ਼ਨਸ਼ਿਪ ਸਾਡੀ ਕੰਟਰੀ 'ਚ ਹੈ। ਤੇ ਜਿਹੜਾ ਇਹ ਕੰਸੈਪਟ ਆ ਅਸੀਂ ਬ੍ਰਿਟੇਨ ਤੋਂ ਬੋਰੋ ਕੀਤਾ, ਬ੍ਰਿਟੇਨ ਜਿਹਨੂੰ ਅਸੀਂ ਅੱਜ UK ਵੀ ਕਹਿੰਦੇ ਆ। ਤੇ ਉਹਦੇ ਅਕੋਰਡਿੰਗ ਜੇ ਸਾਡਾ ਸਿਟੀਜ਼ਨ ਕਿਸੇ ਦੂਜੀ ਕੰਟਰੀ ਦੀ ਸਿਟੀਜ਼ਨਸ਼ਿਪ ਨੂੰ ਐਕਵਾਇਰ ਕਰ ਲੈਂਦਾ ਤਾਂ ਸਾਡਾ ਸਿਟੀਜ਼ਨ ਨਹੀਂ ਰਹੂਗਾ। ਤੇ ਆਪਸ਼ਨ ਨੰਬਰ ਤੀਜਾ ਕੀ ਆ, ਕਰੈਕਟ ਆਨਸਰ ਆ, ਮੀਨਸ ਉਹ ਇੱਕ ਹੀ ਕੰਟਰੀ ਦੀ ਸਿਟੀਜ਼ਨਸ਼ਿਪ ਰੱਖ ਸਕਦਾ। ਚਲੋ ਨੈਕਸਟ ਕੁਐਸਚਨ ਆ ਸਾਡੇ ਕੋਲੇ, ਵਿਚ ਵਨ ਆਫ ਦਾ ਫੋਲੋਇੰਗ ਇਜ਼ ਦਾ ਫੰਡਾਮੈਂਟਲ ਰਾਈਟ ਗ੍ਰਾਂਟਡ ਬਾਈ ਦਾ ਕਨਸਟੀਟਿਊਸ਼ਨ ਆਫ ਇੰਡੀਆ। ਕਹਿੰਦਾ ਕਿਹੜਾ ਇਹਨਾਂ ਵਿੱਚੋਂ ਜਿਹੜਾ ਫੰਡਾਮੈਂਟਲ ਰਾਈਟ ਆ ਉਹ ਗ੍ਰਾਂਟ ਕੀਤਾ ਗਿਆ ਆ ਕਨਸਟੀਟਿਊਸ਼ਨ ਆਫ ਇੰਡੀਆ ਦੇ ਦੁਆਰਾ। ਰਾਈਟ ਟੂ ਗਵਰਨਮੈਂਟ, ਰਾਈਟ ਟੂ ਗਵਰਨਮੈਂਟ ਆਊਗਾ ਇੱਥੇ, ਪੂਰਾ ਨਹੀਂ ਲਿਖਿਆ ਹੋਇਆ ਜੀ। ਉਸ ਤੋਂ ਬਾਅਦ ਸਾਡੇ ਕੋਲ ਹੈਗਾ ਰਾਈਟ ਟੂ ਪ੍ਰੋਪਰਟੀ, ਫਿਰ ਸਾਡੇ ਕੋਲ ਹੈਗਾ ਰਾਈਟ ਟੂ ਇਨਫੋਰਮੇਸ਼ਨ, ਫਿਰ ਸਾਡੇ ਕੋਲ ਹੈਗਾ ਰਾਈਟ ਟੂ ਇਕੁਐਲਿਟੀ। ਦੇਖੋ ਰਾਈਟ ਟੂ ਪ੍ਰੋਪਰਟੀ ਮੈਂ ਹੁਣੇ ਪਿਛਲੇ ਕੁਐਸਚਨ ਦੇ ਵਿੱਚ ਵੀ ਦੱਸ ਕੇ ਹਟਾ ਕਿ ਅਮੈਂਡਮੈਂਟ ਰਾਹੀਂ ਇੱਥੋਂ ਨਿਕਲ ਗਿਆ। ਰਾਈਟ ਟੂ ਗਵਰਨਮੈਂਟ ਵੀ ਦਾ ਸਹੀ ਆਨਸਰ ਨਹੀਂ ਹੈਗਾ, ਜਿਹੜਾ ਇਹਦਾ ਸਹੀ ਆਨਸਰ ਹੋਏਗਾ ਰਾਈਟ ਟੂ ਇਕੁਐਲਿਟੀ। ਲੇਕਿਨ ਜੇ ਅਸੀਂ ਰਾਈਟ ਟੂ ਇਨਫੋਰਮੇਸ਼ਨ ਦੇਖੀਏ ਇਹ ਡਾਇਰੈਕਟਲੀ ਤਾਂ ਨਹੀਂ ਲੇਕਿਨ ਇਨਡਾਇਰੈਕਟਲੀ ਸਾਡਾ ਫੰਡਾਮੈਂਟਲ ਰਾਈਟ ਆਉਂਦਾ ਆ ਆਰਟੀਕਲ 21 ਦੇ ਵਿੱਚ, ਸੌਰੀ ਨੋਟ 21A, ਆਰਟੀਕਲ 21 ਦੇ ਵਿੱਚ ਰਾਈਟ ਟੂ ਲਾਈਫ ਦੇ ਵਿੱਚ, ਰਾਈਟ ਟੂ ਲਾਈਫ ਦੇ ਵਿੱਚ ਇਨਫੋਰਮੇਸ਼ਨ ਦਾ ਰਾਈਟ ਵੀ ਆਉਂਦਾ ਆ। ਤੇ ਲੇਕਿਨ ਤੁਸੀਂ ਆਨਸਰ ਟਿਕ ਕਰਨਾ ਆ ਆਪਸ਼ਨ ਨੰਬਰ 4 ਰਾਈਟ ਟੂ ਇਕੁਐਲਿਟੀ, ਇਹ ਸਾਡਾ ਸਹੀ ਆਨਸਰ ਹੈ ਜੀ। ਨੈਕਸਟ ਕੁਐਸਚਨ ਆ ਰਾਈਟ ਟੂ ਫ੍ਰੀ ਐਜੂਕੇਸ਼ਨ ਵਿਦਿਨ ਦਾ ਸਰਟੇਨ ਲਿਮਿਟਸ ਇਜ਼। ਕਹਿੰਦੇ ਜਿਹੜਾ ਰਾਈਟ ਟੂ ਫ੍ਰੀ ਐਜੂਕੇਸ਼ਨ ਆ ਇਹ ਕੀ ਹੈ ਸਾਡੇ ਕੋਲੇ, ਗਰੰਟਡ ਐਜ਼ ਅ ਫੰਡਾਮੈਂਟਲ ਰਾਈਟ। ਹਾਂਜੀ, ਸੈਕੰਡ ਆਪਸ਼ਨ ਹੈ ਕਿ ਇਹ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਸਾਨੂੰ ਮਿਲਦਾ ਆ, ਪ੍ਰੀਐਮਬਲ ਦੇ ਵਿੱਚ ਸਾਨੂੰ ਇਹ ਮਿਲਦਾ ਆ, ਅਤੇ ਕਨਸਟੀਟਿਊਸ਼ਨ ਦੁਆਰਾ ਇਹਨੂੰ ਇਗਨੋਰ ਕੀਤਾ ਗਿਆ ਆ। ਨਹੀਂ ਜੀ, ਜਿਹੜਾ ਰਾਈਟ ਟੂ ਐਜੂਕੇਸ਼ਨ ਆ, ਰਾਈਟ ਟੂ ਫ੍ਰੀ ਐਜੂਕੇਸ਼ਨ, ਇਹ ਸਾਡਾ ਫੰਡਾਮੈਂਟਲ ਰਾਈਟ ਆ ਜੀ। ਠੀਕ ਆ, ਇਹ 21A ਦੇ ਵਿੱਚ ਆਉਂਦਾ ਆ ਤੇ ਇਹਨੂੰ 86th ਅਮੈਂਡਮੈਂਟ ਦੇ ਵਿੱਚ ਐਡ ਕੀਤਾ ਗਿਆ ਆ ਫੰਡਾਮੈਂਟਲ ਰਾਈਟ ਦੇ ਵਿੱਚ। ਤੇ ਇਸ ਦੇ ਵਿੱਚ 6 ਤੋਂ ਲੈ ਕੇ 14 ਸਾਲ ਦੇ ਬੱਚੇ ਫ੍ਰੀ ਐਜੂਕੇਸ਼ਨ ਲੈ ਸਕਦੇ ਆ, ਫਸਟ ਤੋਂ ਲੈ ਕੇ 8th ਕਲਾਸ ਤੱਕ। ਕਲਾਸ ਵੀ ਯਾਦ ਰੱਖਿਓ ਐਂਡ ਏਜ ਵੀ ਯਾਦ ਰੱਖਿਓ ਜੀ। ਚਲੋ ਅੱਗੇ ਚੱਲਦੇ ਹਾਂ। ਸਾਡੇ ਕੋਲ ਨੈਕਸਟ ਕੁਐਸਚਨ ਆ ਜੀ, ਨੋ ਪਰਸਨ ਕੈਨ ਬੀ ਇੰਪਲੋਇਡ ਇਨ ਫੈਕਟਰੀਜ਼ ਔਰ ਮਾਈਨਸ ਅਨਲੈਸ ਹੀ ਇਜ਼ ਅਬਵ ਦਾ ਏਜ। ਕਹਿੰਦੇ ਕੋਈ ਵੀ ਬੱਚਾ ਜਿਹੜਾ ਆ ਉਹ ਫੈਕਟਰੀ ਤੇ ਮਾਈਨਸ ਦੇ ਵਿੱਚ ਕੰਮ ਨਹੀਂ ਕਰ ਸਕਦਾ ਜਿੰਨਾ ਚਿਰ ਉਹ ਇੱਕ ਏਜ ਤੋਂ ਵੱਧ ਨਹੀਂ ਹੁੰਦਾ। ਉਹ ਏਜ ਕਿਹੜੀ ਆ? ਆਪਸ਼ਨ ਨੰਬਰ 1 ਦੇ ਵਿੱਚ ਕਿਹਾ ਗਿਆ 12 ਈਅਰਸ, 2 ਦੇ ਵਿੱਚ ਕਿਹਾ ਗਿਆ 14 ਈਅਰ, 3 ਦੇ ਵਿੱਚ ਕਿਹਾ ਗਿਆ 18 ਈਅਰ ਐਂਡ 4 ਦੇ ਵਿੱਚ ਕਿਹਾ ਗਿਆ 20 ਈਅਰਸ। ਦੇਖੋ ਇਹ ਸਾਡੇ ਕੋਲ ਜਿਹੜੇ ਇਹਦੇ ਨਾਲ ਰਿਲੇਟਡ ਫੰਡਾਮੈਂਟਲ ਰਾਈਟ ਬਣਦਾ ਸਾਡੇ ਕੋਲੇ, ਫੰਡਾਮੈਂਟਲ ਰਾਈਟ ਦਾ ਆਰਟੀਕਲ 24 ਆ ਜਿਹੜਾ ਸਾਡੇ ਕੋਲੇ, ਉਹਦੇ ਵਿੱਚ ਦੱਸਿਆ ਗਿਆ ਕਿ ਕਿਹੜੇ ਬੱਚੇ ਜਿਹੜੇ ਆ ਉਹ ਫੈਕਟਰੀ ਵਿੱਚ ਕੰਮ ਨਹੀਂ ਕਰ ਸਕਦੇ। ਉਹਦੇ ਅਕੋਰਡਿੰਗ ਆਰਟੀਕਲ 24 ਦੇ ਅਕੋਰਡਿੰਗ ਜਿਹੜਾ ਬੱਚਾ 14 ਸਾਲ ਤੱਕ ਆ, 0 ਤੋਂ ਲੈ ਕੇ 14, ਚਲੋ ਆਪਾਂ ਨੂੰ ਪਤਾ ਕਿ 0 1 2 ਸਾਲ ਦੇ ਨੇ ਕੀ ਕੰਮ ਕਰਨਾ, ਲੇਕਿਨ 14 ਸਾਲ ਤੱਕ ਬੱਚਾ ਸਿਰਫ ਆਪਦੀ ਫੈਮਿਲੀ ਜਿਹੜੇ ਕੰਮ ਆ, ਠੀਕ ਹੈ ਜੀ, ਜਿਵੇਂ ਕਿਸੇ ਦੀ ਫੈਮਿਲੀ ਐਗਰੀਕਲਚਰ ਨਾਲ ਰਿਲੇਟਡ ਆ ਉਹ ਕੰਮ ਕਰਵਾ ਸਕਦਾ, ਜਾਂ ਉਹ ਐਂਟਰਟੇਨਮੈਂਟ ਇੰਡਸਟਰੀ ਵਿੱਚ ਕੰਮ ਕਰਵਾ ਸਕਦਾ। ਤੇ 14 ਤੋਂ ਲੈ ਕੇ 18 ਸਾਲ ਤੱਕ ਉਹ ਕੰਮ ਕਰ ਸਕਦਾ, ਲੇਕਿਨ ਉਹ ਫੈਕਟਰੀਜ਼
ਤੇ ਹਜ਼ਾਰਡਸ ਪਲੇਸ ਤੇ ਨਹੀਂ ਕੰਮ ਕਰੂਗਾ, ਤੇ ਜਿਹਨੇ ਹਜ਼ਾਰਡਸ ਪਲੇਸ ਤੇ ਕੰਮ ਕਰਨਾ ਉਹ 18 ਤੋਂ ਬਾਅਦ ਹੀ ਕਰੂਗਾ। ਠੀਕ ਹੈ ਜੀ। ਹੁਣ ਇੱਥੇ ਮਾਈਨਸ ਆ ਗਿਆ, ਮਾਈਨਸ ਕਾਫੀ ਹਜ਼ਾਰਡਸ ਮੰਨੀਆਂ ਜਾਂਦੀਆਂ, ਫੈਕਟਰੀਜ਼ ਵੀ ਹਜ਼ਾਰਡਸ ਹੀ ਮੰਨੀਆਂ ਜਾਂਦੀਆਂ, ਤੇ ਇਸ ਕਰਕੇ ਸਾਡਾ ਆਂਸਰ ਹੋਊਗਾ 18 ਈਅਰ। 18 ਤੋਂ ਵੱਧ ਉਹ ਕਰ ਸਕਦਾ, ਉਦੋਂ ਥੱਲੇ ਉਹ ਕੰਮ ਨਹੀਂ ਕਰ ਸਕਦਾ। ਚਲੋ ਨੈਕਸਟ ਕੁਐਸਚਨ ਸਾਡੇ ਕੋਲੇ, ਦ ਰਿਟ ਆਫ ਹੈਬਸ ਕਾਰਪਸ ਇਜ਼ ਇਸ਼ੂਡ ਇਨ ਦ ਈਵੈਂਟ ਆਫ, ਕਹਿੰਦੇ ਹੈਬਸ ਕਾਰਪਸ ਨੂੰ ਕਦੋਂ ਇਸ਼ੂ ਕੀਤਾ ਜਾ ਸਕਦਾ। ਆਪਸ਼ਨ ਨੰਬਰ ਫਸਟ ਹੈ ਸਾਡੇ ਕੋਲੇ ਲਾਸ ਆਫ ਪ੍ਰੋਪਰਟੀ, ਰਿਫੰਡ ਆਫ ਐਕਸੈਸ ਟੈਕਸ, ਰੋਂਗਫੁਲ ਪੁਲਿਸ ਡਿਟੈਂਸ਼ਨ ਤੇ ਵਾਇਲੇਸ਼ਨ ਆਫ ਫਰੀडम ਆਫ ਸਪੀਚ। ਆਪਾਂ ਦੱਸਿਆ ਸੀਗਾ ਕਿ ਜਿੱਥੇ ਵੀ ਹੈਬਸ ਕਾਰਪਸ ਦੀ ਗੱਲ ਹੋਈ ਉੱਥੇ ਇਲੀਗਲ ਡਿਟੈਂਸ਼ਨ ਦੀ ਗੱਲ ਹੋਊਗੀ ਜਾਂ ਅਰੈਸਟ ਦੀ ਗੱਲ ਹੋਊਗੀ। ਦੋ ਗੱਲਾਂ ਯਾਦ ਰੱਖਣ ਨੂੰ ਮੈਂ ਕਹੀਆਂ ਸੀਗੀਆਂ, ਤੇ ਸਾਡੇ ਕੋਲ ਡਿਟੈਂਸ਼ਨ ਵਰਡ ਆ ਗਿਆ ਆ, ਉਹ ਵੀ ਰੋਂਗਫੁਲ ਆ, ਤੇ ਆਂਸਰ ਸਾਡਾ ਹੋਊਗਾ ਆਪਸ਼ਨ ਨੰਬਰ 3 ਇਜ਼ ਦਾ ਕਰੈਕਟ ਆਂਸਰ। ਦੇਖੋ ਜਿਹੜੀਆਂ ਚੀਜ਼ਾਂ ਮੈਂ ਕਰਵਾ ਰਿਹਾ ਆ ਉਹਨਾਂ ਨੂੰ ਧਿਆਨ ਨਾਲ ਪੜ੍ਹੋ, ਨੋਟ ਕਰ ਲਓ, ਐਗਜ਼ਾਮ ਦੇ ਵਿੱਚ ਕੁਐਸਚਨ ਉੱਥੋਂ ਮਿਲ ਜਾਣਾ, ਗਰੰਟੀ ਆ ਮੇਰੀ। ਠੀਕ ਹੈ, ਤਾਂ ਕਹਿ ਰਿਹਾ ਬਾਰ-ਬਾਰ ਉਹਨਾਂ ਚੀਜ਼ਾਂ ਨੂੰ ਯਾਦ ਕਰ ਲਿਆ ਕਰੋ। ਨੈਕਸਟ ਸਾਡੇ ਕੋਲ ਹੈਗਾ ਕੁਐਸਚਨ 69, ਪੋਲੀਟੀਕਲ ਇਕੁਐਲਿਟੀ ਇਜ਼ ਫਾਊਂਡ ਇਨ, ਕਹਿੰਦੇ ਜਿਹੜੀ ਪੋਲੀਟੀਕਲ ਇਕੁਐਲਿਟੀ ਆ ਸਾਨੂੰ ਉਹ ਕਿੱਥੇ ਮਿਲਦੀ ਆ। ਦ ਐਬਸੈਂਸ ਆਫ ਪ੍ਰਿਵਿਲੇਜ, ਵੀ ਜੇ ਸਾਨੂੰ ਪ੍ਰਿਵਿਲੇਜ ਦੀ ਐਬਸੈਂਸ ਮਿਲੇ ਉੱਥੇ ਸਾਨੂੰ ਅਸੀਂ ਉਹਨੂੰ ਪੋਲੀਟੀਕਲ ਇਕੁਐਲਿਟੀ ਕਹਿ ਸਕਦੇ ਹਾਂ। ਯੂਨੀਵਰਸਲ ਅਡਲਟ ਸਫਰੇਜ, ਤੀਜਾ ਸਾਡੇ ਕੋਲ ਹੈ ਇਕੁਅਲ ਡਿਸਟਰੀਬਿਊਸ਼ਨ ਆਫ ਵੈਲਥ, ਐਂਡ ਚੌਥਾ ਹੈਗਾ ਆ ਰੈਸ਼ਨੈਲਿਟੀ ਆਫ ਦ ਇੰਡੀਵਿਜੂਅਲਸ। ਨਹੀਂ ਦੇਖੋ ਪੋਲੀਟੀਕਲ ਇਕੁਐਲਿਟੀ ਤਾਂ ਉੱਥੇ ਹੋਊਗੀ ਜਿੱਥੇ ਸਾਰਿਆਂ ਨੂੰ ਇਕੁਅਲ ਟਰੀਟ ਕੀਤਾ ਜਾਊਗਾ, ਤੇ ਉਹ ਹੈਗਾ ਸਾਡੇ ਕੋਲ ਯੂਨੀਵਰਸਲ ਅਡਲਟ ਸਫਰੇਜ। ਨੈਕਸਟ ਕੁਐਸਚਨ ਆ, ਦ ਲਿਸਟ ਆਫ ਫੰਡਾਮੈਂਟਲ ਡਿਊਟੀਜ਼ ਵਰ ਐਡਡ ਇਨ ਦ ਇੰਡੀਅਨ ਕੌਨਸਟੀਟਿਊਸ਼ਨ ਐਜ਼ ਅ ਪਾਰਟ, ਕਹਿੰਦੇ ਕਿਹੜੇ ਪਾਰਟ ਦੇ ਅੰਡਰ ਫੰਡਾਮੈਂਟਲ ਡਿਊਟੀਜ਼ ਨੂੰ ਐਡ ਕੀਤਾ ਗਿਆ। ਠੀਕ ਹੈ, ਆਪਾਂ ਆਲਰੇਡੀ ਕਰ ਚੁੱਕੇ ਇੱਕ ਵੀਡੀਓ ਵਿੱਚ ਪੂਰੀ ਡਿਟੇਲ ਕੀਤੀ ਸੀਗੀ ਫੰਡਾਮੈਂਟਲ ਡਿਊਟੀਜ਼ ਦੀ। ਮੈਂ ਬਾਰ-ਬਾਰ ਕਹਿਣਾ ਨਹੀਂ ਦੇਖੀਆਂ ਵੀਡੀਓਜ਼ ਦੇਖ ਲਓ, ਜੇ ਤੁਸੀਂ ਇਹਦਾ ਟੈਸਟ ਕਰ ਰਹੇ ਹੋ ਫਿਰ ਤੁਹਾਨੂੰ ਆਂਸਰ ਇਹਦਾ ਪਤਾ ਹੋਊਗਾ। ਇਹਦਾ ਆਂਸਰ ਹੈਗਾ ਸਾਡੇ ਕੋਲ ਜੀ ਆਪਸ਼ਨ ਨੰਬਰ ਏ, ਆਪਸ਼ਨ ਨੰਬਰ ਫਸਟ। ਹਾਲਾਂਕਿ ਇੱਥੇ ਕੰਪਲੀਟ ਆਂਸਰ ਨਹੀਂ ਦਿੱਤਾ ਗਿਆ, ਇਹ ਹੈਗਾ ਸਾਡੇ ਕੋਲ ਫੰਡਾਮੈਂਟਲ ਡਿਊਟੀਜ਼ ਪਾਰਟ 4A ਦੇ ਵਿੱਚ ਆ, ਕੱਲਾ ਪਾਰਟ 4A ਦੇ ਵਿੱਚ ਸਾਡੇ ਕੋਲ DPSP ਆ, ਲੇਕਿਨ ਫੰਡਾਮੈਂਟਲ ਡਿਊਟੀ ਸਾਡੇ ਕੋਲ ਪਾਰਟ 4A ਦੇ ਵਿੱਚ ਆ, ਤੇ ਜਿਹੜਾ ਇਹਦਾ ਆਰਟੀਕਲ ਹੈ ਉਹ ਸਾਨੂੰ ਮਿਲਦਾ ਫੰਡਾਮੈਂਟਲ ਡਿਊਟੀਜ਼ ਦਾ 51A। ਨੈਕਸਟ ਕੁਐਸਚਨ ਸਾਡੇ ਕੋਲ, ਅੰਡਰ ਵਿਚ ਆਫ ਦਾ ਫੋਲੋਇੰਗ ਰਿਟਸ ਐਨ ਆਫੀਸਲ, ਜਿਹੜੇ ਆਫੀਸਲ ਆ ਕੈਨ ਬੀ ਪ੍ਰੀਵੈਂਟਡ ਫਰੋਮ ਟੇਕਿੰਗ ਐਨ ਐਕਸ਼ਨ ਵਿਚ ਹੀ ਇਜ਼ ਆਫੀਸ਼ੀਅਲੀ ਨਾਟ ਐਂਟਾਈਟਲਡ, ਕਹਿੰਦਾ ਇਦਾਂ ਦੀ ਕਿਹੜੀ ਰਿਟ ਦੇ ਅੰਡਰ ਕਿਸੇ ਆਫੀਸਰ ਨੂੰ ਕੰਮ ਕਰਨ ਤੋਂ ਰੋਕਿਆ ਜਾ ਸਕਦਾ ਆ ਜਿਹੜਾ ਕਿ ਉਹਦੇ ਕੋਲ ਪਾਵਰ ਨਹੀਂ ਹੈਗੀ ਕਰਨ ਦੀ। ਆਪਸ਼ਨ ਨੰਬਰ ਪਹਿਲਾ ਸਾਡੇ ਕੋਲ ਹੈਗਾ ਮੈਂਡਮਸ, ਸੈਕੰਡ ਕੋਵਰੰਟੋ, ਥਰਡ ਸਰਸ਼ਰੀ, ਐਂਡ ਫੋਰਥ ਹੈਗਾ ਸਾਡੇ ਕੋਲ ਜੀ ਹੈਬਸ ਕਾਰਪਸ। ਜਿਹੜਾ ਇਹਦਾ ਸਹੀ ਆਂਸਰ ਹੈ ਉਹ ਸਾਡੇ ਕੋਲ ਹੈਗਾ ਆਪਸ਼ਨ ਨੰਬਰ 2 ਕੋਵਰੰਟੋ। ਕਿਸੇ ਵੀ ਆਫੀਸਰ ਨੂੰ ਉਹਦੇ ਕੰਮ ਕਰਨ ਤੋਂ ਰੋਕਿਆ ਜਾ ਸਕਦਾ ਆ ਜਦੋਂ ਉਹਦੇ ਕੋਲੇ ਕੋਈ ਉਹਦੇ ਲਈ ਐਂਟਾਈਟਲਡ ਨਹੀਂ ਹੈਗਾ, ਮੀਨਸ ਆਪਦੀ ਪਾਵਰ ਤੋਂ ਵੱਧ ਕੰਮ ਕਰਨਾ। ਠੀਕ ਹੈ ਜੀ, ਤੇ ਉਹ ਸਾਡੇ ਕੋਲ ਹੈਗਾ ਕੁਐਸਚਨ ਆਪਸ਼ਨ ਨੰਬਰ 2 ਕੋਵਰੰਟੋ। ਚਲੋ ਨੈਕਸਟ ਕੁਐਸਚਨ ਦੇਖਦੇ ਹਾਂ 72, ਇਨ ਦਾ ਕੌਨਸਟੀਟਿਊਸ਼ਨ ਆਫ ਇੰਡੀਆ, ਇੰਡੀਅਨ ਕੌਨਸਟੀਟਿਊਸ਼ਨ ਦੀ ਗੱਲ ਕੀਤੀ ਗਈ ਆ, ਕਹਿੰਦੇ ਦਾ ਫੰਡਾਮੈਂਟਲ ਰਾਈਟਸ, ਫੰਡਾਮੈਂਟਲ ਰਾਈਟ ਕੀ ਆ, ਫਾਰਮਡ ਅ ਪਾਰਟ ਆਫ ਦਾ ਓਰੀਜਨਲ ਕੌਨਸਟੀਟਿਊਸ਼ਨ, ਪਹਿਲਾਂ ਹੀ ਕੌਨਸਟੀਟਿਊਸ਼ਨ ਦੇ ਵਿੱਚ ਸੀਗੇ, ਵਰ ਐਡਡ ਬਾਈ ਦਾ 4th ਅਮੈਂਡਮੈਂਟ, ਚੌਥੀ ਅਮੈਂਡਮੈਂਟ ਵਿੱਚ ਐਡ ਕੀਤੇ ਗਏ ਆ, ਵਰ ਐਡਡ ਬਾਈ ਦਾ ਪਾਰਲੀਮੈਂਟ ਇਨ, ਇੱਥੇ 1952 ਆਊਗਾ ਜੀ, ਐਂਡ ਸਾਡੇ ਕੋਲ 4th ਆਪਸ਼ਨ ਆ ਵਰ ਐਡਡ ਅੰਡਰ ਦਾ 42nd ਅਮੈਂਡਮੈਂਟ। ਦੇਖੋ ਜਿਹੜੇ ਫੰਡਾਮੈਂਟਲ ਰਾਈਟ ਆ ਉਹ ਸਟਾਰਟਿੰਗ ਤੋਂ ਹੀ ਕੌਨਸਟੀਟਿਊਸ਼ਨ ਦੇ ਵਿੱਚ ਸੀਗੇ, ਤੇ ਸਾਡਾ ਆਪਸ਼ਨ ਨੰਬਰ 1 ਇਜ਼ ਦਾ ਕਰੈਕਟ ਆਂਸਰ। ਚਲੋ ਜੀ ਅੱਗੇ ਚੱਲਦੇ ਹਾਂ। ਨੈਕਸਟ ਕੁਐਸਚਨ ਆਪਣੇ ਕੋਲੇ, ਵਿਚ ਵਨ ਆਫ ਦਾ ਫੋਲੋਇੰਗ ਰਿਟਸ ਇਜ਼ ਇਸ਼ੂਡ ਬਾਈ ਦਾ ਕੋਰਟ, ਕਹਿੰਦੇ ਕੋਰਟ ਦੇ ਦੁਆਰਾ ਕਿਹੜੀਆਂ ਰਿਟ ਇਸ਼ੂ ਕੀਤੀਆਂ ਜਾਂਦੀਆਂ ਆ, ਕਾਰਪੋਰੇਸ਼ਨਸ ਨੂੰ, ਗੌਰਮੈਂਟ ਸਰਵੈਂਟਸ ਨੂੰ ਅਤੇ ਪਰਸਨਲ ਜਿਹੜੇ ਹੋਰ ਪਰਸਨਸ ਆ ਉਹਨਾਂ ਨੂੰ ਡਾਇਰੈਕਟ ਕੀਤਾ ਜਾਊਗਾ ਕਿ ਭਾਈ ਆਪਦਾ ਪਰਫਾਰਮੈਂਸ ਕਰੋ ਆਪਦੇ ਪਬਲਿਕ ਡਿਊਟੀ ਦੀ। ਤੇ ਮੈਂ ਦੱਸਿਆ ਸੀਗਾ ਕਿ ਪਬਲਿਕ ਡਿਊਟੀ ਦੇ ਲਈ ਕਿਹੜੀ ਹੈ ਆਪਣੀ ਹੁੰਦੀ ਆ ਜੀ ਰਿਟ, ਆਪਸ਼ਨ ਨੰਬਰ ਫਸਟ ਸਾਡੇ ਕੋਲ ਹੈਬਸ ਕਾਰਪਸ, ਨਹੀਂ ਜੀ ਇਹ ਤਾਂ ਅਰੈਸਟ ਤੇ ਡਿਟੈਂਸ਼ਨ ਦੇ ਲਈ ਆ, ਤੇ ਪਰਸਨਲ ਲਿਬਰਟੀ ਤੁਸੀਂ ਯਾਦ ਰੱਖਣਾ ਆ। ਕੋਵਰੰਟੋ, ਕੋਈ ਵੀ ਬੰਦਾ ਆਪਦੀ ਪਾਵਰ ਤੋਂ ਵੱਧ ਕੰਮ ਕਰੇ ਜਿਹਦੀ ਕੋਈ ਕੋਲ ਅਥਾਰਟੀ ਨਾ ਹੋਵੇ ਜਾਂ ਉਹ ਕਿਸ ਅਥਾਰਟੀ ਨਾਲ ਉਸ ਪੋਸਟ ਤੇ ਬੈਠਾ ਹੈ। ਮੈਂਡਮਸ ਐਂਡ ਪ੍ਰੋਹੀਬਿਸ਼ਨ, ਮੈਂਡਮਸ ਮੀਨਸ ਜਦੋਂ ਕੋਈ ਪਬਲਿਕ ਆਫਿਸ ਆਪਦੀ ਡਿਊਟੀ ਪਰਫਾਰਮ ਨਾ ਕਰੇ। ਆ ਗਿਆ ਸਾਡੇ ਕੋਲ ਆਪਸ਼ਨ ਨੰਬਰ 3 ਇਜ਼ ਦਾ ਕਰੈਕਟ ਆਂਸਰ। ਨੈਕਸਟ ਕੁਐਸਚਨ ਹੈ, ਇਨ ਇੰਡੀਆ ਦਾ ਰਾਈਟ ਟੂ ਪ੍ਰੋਪਰਟੀ ਇਜ਼ ਨਾਓ ਰਿਕੋਗਨਾਈਜ਼ ਐਜ਼, ਕਹਿੰਦੇ ਜਿਹੜੀ ਸਾਡੇ ਕੋਲੇ ਰਾਈਟ ਟੂ ਪ੍ਰੋਪਰਟੀ ਉਹਨੂੰ ਕਿਵੇਂ ਰਿਕੋਗਨਾਈਜ਼ ਕੀਤਾ ਜਾਂਦਾ, ਫੰਡਾਮੈਂਟਲ ਰਾਈਟ, ਲੀਗਲ ਰਾਈਟ, ਨੈਚੁਰਲ ਰਾਈਟ ਤੇ ਪੋਲੀਟੀਕਲ ਰਾਈਟ। ਸਾਡੇ ਕੋਲ ਸਹੀ ਆਂਸਰ ਹੈਗਾ ਜੀ ਇਹਦਾ ਲੀਗਲ ਰਾਈਟ, ਕਿਉਂਕਿ ਇਹ ਆਰਟੀਕਲ 300A ਦੇ ਵਿੱਚ ਆ ਰਿਹਾ ਆ। ਤੁਸੀਂ ਇਹਦਾ ਅਮੈਂਡਮੈਂਟ ਦੱਸੋ ਜੀ, ਕਿਹੜੀ ਅਮੈਂਡਮੈਂਟ ਦੇ ਵਿੱਚ ਰਾਈਟ ਟੂ ਪ੍ਰੋਪਰਟੀ ਨੂੰ ਫੰਡਾਮੈਂਟਲ ਰਾਈਟ ਤੋਂ ਸ਼ਿਫਟ ਕਰਕੇ
ਆਰਟੀਕਲ 300A ਦੇ ਵਿੱਚ ਰੱਖਿਆ ਗਿਆ। ਪਲੀਜ਼ ਅਮੈਂਡਮੈਂਟ ਨੰਬਰ ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ। ਨੈਕਸਟ ਕੁਐਸਚਨ ਹੈ ਰਾਈਟ ਟੂ ਵੋਟ ਇਜ਼ ਆ, ਕਹਿੰਦੇ ਜਿਹੜਾ ਰਾਈਟ ਟੂ ਵੋਟ ਉਹ ਕੀ ਹੈ ਸਾਡਾ ਪੋਲੀਟੀਕਲ ਰਾਈਟ ਆ, ਸਿਵਲ ਰਾਈਟ ਆ, ਜਾਂ ਫਿਰ ਸਾਡੇ ਕੋਲ ਹੈਗਾ ਇਕਨੋਮਿਕ ਰਾਈਟ ਜਾਂ ਫਿਰ ਲੀਗਲ ਰਾਈਟ। ਦੇਖੋ ਰਾਈਟ ਟੂ ਵੋਟ ਸਾਡਾ ਹੈਗਾ ਇੱਕ ਲੀਗਲ ਰਾਈਟ ਆ, ਠੀਕ ਹੈ ਜੀ, ਕੀ ਆ ਲੀਗਲ ਰਾਈਟ। ਵੈਸੇ ਤਾਂ ਆਪਣਾ ਪੋਲੀਟੀਕਲ ਰਾਈਟ ਵੀ ਹੋਇਆ, ਲੇਕਿਨ ਆਪਾਂ ਜੇ ਦੇਖੀਏ ਉਹਨੂੰ ਲੀਗਲ ਰਾਈਟ ਕਹਿ ਸਕਦੇ ਹਾਂ। ਤੇ ਜੇ ਇੱਥੇ ਕੌਨਸਟੀਟਿਊਸ਼ਨ ਰਾਈਟ ਹੁੰਦਾ ਤੇ ਅਸੀਂ ਕੌਨਸਟੀਟਿਊਸ਼ਨ ਰਾਈਟ 'ਤੇ ਵੀ ਟਿਕ ਕਰ ਸਕਦੇ ਸੀ। ਚਲਿਏ ਅੱਗੇ 76 ਨੰਬਰ ਕੁਐਸਚਨ, ਵਿਚ ਫੰਡਾਮੈਂਟਲ ਰਾਈਟ ਅਕੋਰਡਿੰਗ ਟੂ ਡਾਕਟਰ ਬੀ ਆਰ ਅੰਬੇਦਕਰ ਜੀ ਲਾਈਕਸ ਹਾਰਟ ਆਫ ਦਾ ਕੌਨਸਟੀਟਿਊਸ਼ਨ, ਕਿਹੜੇ ਫੰਡਾਮੈਂਟਲ ਰਾਈਟ ਨੂੰ ਅਸੀਂ ਹਾਰਟ ਕਹਿ ਸਕਦੇ ਹਾਂ ਕੌਨਸਟੀਟਿਊਸ਼ਨ ਦਾ? ਰਾਈਟ ਟੂ ਕੌਨਸਟੀਟਿਊਸ਼ਨ ਰੈਮੀਡੀਜ਼, ਰਾਈਟ ਟੂ ਰਿਲੀਜਨ, ਇਕੁਐਲਿਟੀ ਤੇ ਫਰੀडम। ਦੇਖੋ ਜੀ ਫਿਰ ਕੁਐਸਚਨ ਰਿਪੀਟ ਹੋ ਗਿਆ ਸਾਡੇ ਕੋਲੇ, ਸਾਡਾ ਸਹੀ ਆਂਸਰ ਹੈ ਰਾਈਟ ਟੂ ਕੌਨਸਟੀਟਿਊਸ਼ਨਲ ਰੈਮੀਡੀਜ਼, ਆਰਟੀਕਲ ਨੰਬਰ 32। ਚਲੋ ਨੈਕਸਟ ਚਲਦੇ ਹਾਂ। ਵਟ ਇਜ਼ ਦਾ ਸਟੇਟਸ ਆਫ ਦ ਰਾਈਟ ਟੂ ਪ੍ਰੋਪਰਟੀ ਨਾਓ, ਰਾਈਟ ਟੂ ਪ੍ਰੋਪਰਟੀ ਦਾ ਕੀ ਸਟੇਟਸ ਆ? ਕੁਐਸਚਨ ਫਿਰ ਰਿਪੀਟ ਹੋ ਰਿਹਾ, ਲੀਗਲ ਰਾਈਟ, ਹਿਊਮਨ ਰਾਈਟ, ਫੰਡਾਮੈਂਟਲ ਰਾਈਟ ਤੇ ਨੈਚੁਰਲ ਰਾਈਟ। ਸਾਡੇ ਕੋਲ ਕੀ ਆ ਲੀਗਲ ਰਾਈਟ, ਆਰਟੀਕਲ ਨੰਬਰ 300A। ਦੇਖੋ ਇਹ ਉਹ ਕੁਐਸਚਨਸ ਆ ਜਿਹੜੇ ਆਲਰੇਡੀ PPSC ਪੁੱਛ ਚੁੱਕੀ ਆ ਜੀ। PPSC ਜਾਂ ਪੰਜਾਬ ਗੌਰਮੈਂਟ ਦੇ ਜਿੰਨੇ ਵੀ ਐਗਜ਼ਾਮ ਆ, ਠੀਕ ਹੈ ਜੀ, ਪੰਜਾਬ ਗੌਰਮੈਂਟ ਦੇ ਜੋ ਐਗਜ਼ਾਮ ਆ ਉਹਨਾਂ 'ਚ ਰਿਪੀਟ ਹੋ ਚੁੱਕੇ ਆ, ਉਹੀ ਕੁਐਸਚਨ ਮੈਂ ਕਰਵਾ ਰਿਹਾ, ਨਾਲ ਨਾਲ ਡਿਟੇਲ ਵੀ ਇਸੇ ਲਈ ਕਰਵਾ ਰਿਹਾ ਤਾਂ ਕਿ ਤੁਹਾਡੀ ਰਿਵੀਜ਼ਨ ਵੀ ਹੋ ਜਾਵੇ। ਚਲੋ 78 ਨੰਬਰ ਕੁਐਸਚਨ, ਵਿਚ ਵਨ ਆਫ ਦਾ ਫੋਲੋਇੰਗ ਰਿਟਸ ਲਿਟਰਲੀ ਮੀਨਸ ਵਟ ਇਜ਼ ਯੂਅਰ ਅਥਾਰਟੀ, ਕਿਹੜੀ ਦਾ ਮਤਲਬ ਹੈ ਕਿ ਤੁਹਾਡੀ ਅਥਾਰਟੀ ਕੀ ਹੈ? ਆਪਾਂ ਹੁਣੇ ਕਰਕੇ ਹਟੇ ਹਾਂ ਜੀ ਕੁਐਸਚਨ, ਬਾਰ-ਬਾਰ ਉਹੀ ਕੁਐਸਚਨ ਰਿਪੀਟ ਹੋ ਰਹੇ ਆ, ਲੇਕਿਨ ਦੇਖਣਾ ਕਿ ਤੁਸੀਂ ਆਨਸਰ ਦਾ ਸਹੀ ਕਰ ਪਾਉਂਦੇ ਹੋ ਕਿ ਨਹੀਂ ਕਰ ਪਾਉਂਦੇ ਹੋ। ਆਪਸ਼ਨ ਨੰਬਰ ਫਸਟ ਹੈ ਸਾਡੇ ਕੋਲ ਹੈਬਸ ਕਾਰਪਸ, ਸੈਕੰਡ ਹੈ ਸਰਸ਼ਰੀ, ਥਰਡ ਹੈ ਜੀ ਕੋਵਰੰਟੋ, ਫੋਰਥ ਹੈ ਪ੍ਰੋਹੀਬਿਸ਼ਨ। ਤੇ ਇਹਦਾ ਸਹੀ ਆਨਸਰ ਹੈ ਕੋਵਰੰਟੋ। ਨੈਕਸਟ ਹੈਗਾ ਆਪਣੇ ਕੋਲ ਵਟ ਇਜ਼ ਦਾ ਚੀਫ ਸੋਰਸ ਆਫ ਦਾ ਪੋਲੀਟੀਕਲ ਪਾਵਰ ਇਨ ਇੰਡੀਆ, ਪੋਲੀਟੀਕਲ ਪਾਵਰ ਦਾ ਚੀਫ ਸੋਰਸ ਸਾਡੇ ਇੰਡੀਆ ਦੇ ਵਿੱਚ ਕੀ ਹੈ? ਆਪਸ਼ਨ ਨੰਬਰ ਫਸਟ ਹੈ ਸਾਡੇ ਕੋਲ ਦਾ ਪੀਪਲ, ਦਾ ਕੌਨਸਟੀਟਿਊਸ਼ਨ, ਦਾ ਪਾਰਲੀਮੈਂਟ ਐਂਡ ਦਾ ਸਟੇਟ ਲੈਜਿਸਲੇਚਰ। ਜਦੋਂ ਤੁਸੀਂ ਪ੍ਰੇਮਬਲ ਰੀਡ ਕਰਦੇ ਹੋ ਨਾ, ਤੇ ਪ੍ਰੇਮਬਲ ਦੇ ਵਿੱਚ ਸਭ ਤੋਂ ਪਹਿਲੀ ਗੱਲ ਕੀ ਲਿਖੀ ਹੁੰਦੀ ਆ? ਵੀ ਦਾ ਪੀਪਲ ਆਫ ਇੰਡੀਆ। ਕੀ ਲਿਖਿਆ ਹੁੰਦਾ ਜੀ? ਵੀ ਦਾ ਪੀਪਲ ਆਫ ਇੰਡੀਆ। ਤੇ ਮੀਨਸ ਜਿਹੜੇ ਸੋਰਸ ਆਫ ਅਥਾਰਟੀ ਆ ਉਹ ਕੀ ਆ? ਪੀਪਲ ਆਫ ਇੰਡੀਆ। ਤੇ ਸਾਡਾ ਆਪਸ਼ਨ ਨੰਬਰ ਕੀ ਆ? ਦਾ ਪੀਪਲ ਆਫ ਇੰਡੀਆ। ਆਪਸ਼ਨ ਨੰਬਰ ਫਸਟ ਇਜ਼ ਦਾ ਕਰੈਕਟ ਆਂਸਰ। ਨੈਕਸਟ ਕੁਐਸਚਨ ਆਪਣੇ ਕੋਲੇ, ਆ ਕੋਰਟ ਐਨਫੋਰਸਿਸ ਇੰਜੋਇਮੈਂਟ ਆਫ ਫੰਡਾਮੈਂਟਲ ਰਾਈਟ ਬਾਈ ਇਸ਼ੂਇੰਗ, ਕਹਿੰਦੇ ਜਿਹੜਾ ਕੋਰਟ ਆ ਉਹ ਫੰਡਾਮੈਂਟਲ ਰਾਈਟ ਨੂੰ ਇੰਪਲੀਮੈਂਟ ਕਰਨ ਦੇ ਲਈ, ਇੰਜੋਇਮੈਂਟ ਕਰਨ ਦੇ ਲਈ, ਇਨਫੋਰਸ ਕਰਨ ਦੇ ਲਈ ਕੀ ਇਸ਼ੂ ਕਰਦਾ? ਹਾਂਜੀ ਕੀ ਇਸ਼ੂ ਕਰੂਗਾ? ਰੇਟਸ। ਆਪਸ਼ਨ ਨੰਬਰ 3 ਇਜ਼ ਦਾ ਕਰੈਕਟ ਆਂਸਰ। ਟੋਟਲ ਰੇਟ ਕਿੰਨੀ ਆ ਜੀ ਸਾਡੇ ਕੋਲੇ? 5। ਆਪਾਂ ਕਿੰਨੀ ਵਾਰ ਕਰ ਚੁੱਕੇ ਹਾਂ। ਚਲੋ ਨੈਕਸਟ ਹੈਗਾ ਸਾਡੇ ਕੋਲੇ 81 ਫਸਟ ਨੰਬਰ ਕੁਐਸਚਨ, ਪੋਲੀਟੀਕਲ ਰਾਈਟ ਡਜ਼ ਨਾਟ ਇਨਕਲੂਡ ਵਿਚ ਆਫ ਦਾ ਫੋਲੋਇੰਗ, ਕਹਿੰਦੇ ਪੋਲੀਟੀਕਲ ਰਾਈਟ ਇਹਨਾਂ ਵਿੱਚੋਂ ਕਿਹੜਾ ਨਹੀਂ ਹੋ ਸਕਦਾ? ਸਾਡੇ ਕੋਲ ਹੈਗਾ ਜੀ ਪਹਿਲਾ ਰਾਈਟ ਟੂ ਵੋਟ, ਸੈਕੰਡ ਹੈਗਾ ਰਾਈਟ ਟੂ ਲਾਈਫ, ਥਰਡ ਆਪਸ਼ਨ ਹੈਗਾ ਰਾਈਟ ਟੂ ਕੰਟੈਸਟ ਇਨ ਇਲੈਕਸ਼ਨ, ਐਂਡ ਫੋਰਥ ਹੈਗਾ ਰਾਈਟ ਟੂ ਲੌਜ ਕੰਪਲੇਂਟ ਵਿਦ ਐਗਜ਼ੀਕਿਊਟਿਵ ਬੋਡੀ ਆਫ ਦਾ ਗੌਰਮੈਂਟ, ਵੀ ਗੌਰਮੈਂਟ ਦੇ ਖਿਲਾਫ ਕੋਈ ਕੰਪਲੇਂਟ ਨਹੀਂ ਕਰ ਸਕਦੇ ਤੁਸੀਂ ਜਾਂ ਕੰਪਲੇਂਟ ਕਰ ਸਕਦੇ ਹੋ ਆਪਾਂ। ਰਾਈਟ ਟੂ ਲਾਈਫ ਤੇ ਰਾਈਟ ਟੂ ਵੋਟ, ਸਾਨੂੰ ਪਤਾ ਹੈ ਰਾਈਟ ਟੂ ਵੋਟ ਵੀ ਸਾਡਾ ਪੋਲੀਟੀਕਲ ਰਾਈਟ ਹੈ, ਈਵਨ ਇਹ ਸਾਨੂੰ ਕੌਨਸਟੀਟਿਊਸ਼ਨ ਰਾਈਟ ਤੇ ਆਪਾਂ ਲੀਗਲ ਰਾਈਟ ਦੋਨਾਂ ਰੂਪ ਦੇ ਵਿੱਚ ਮਿਲਦਾ ਆ। ਰਾਈਟ ਟੂ ਕੰਟੈਸਟ ਇਲੈਕਸ਼ਨ ਵੀ ਸਾਡੇ ਕੋਲ ਹੈਗਾ, ਰਾਈਟ ਟੂ ਲੌਜ ਕੰਪਲੇਂਟ ਵਿਦ ਐਗਜ਼ੀਕਿਊਟਿਵ ਬੋਡੀਜ਼, ਅਸੀਂ ਉਹਦੇ ਅਗੇਂਸਟ ਕੰਪਲੇਂਟ ਵੀ ਕਰ ਸਕਦੇ ਹਾਂ, ਇਹ ਵੀ ਸਾਡਾ ਪੋਲੀਟੀਕਲ ਰਾਈਟ ਹੀ ਹੈ। ਲੇਕਿਨ ਰਾਈਟ ਟੂ ਲਾਈਫ ਸਾਡਾ ਕਿਹੜਾ ਰਾਈਟ ਹੈ ਜੀ? ਫੰਡਾਮੈਂਟਲ ਰਾਈਟ, ਇਹ ਹੈਗਾ ਸਾਡੇ ਕੋਲੇ ਫੰਡਾਮੈਂਟਲ ਰਾਈਟ। ਇਟ ਮੀਨ ਸਾਡਾ ਸੈਕੰਡ ਆਪਸ਼ਨ ਆਂਸਰ ਹੈ, ਇਹ ਸਾਡਾ ਪੋਲੀਟੀਕਲ ਰਾਈਟ ਨਹੀਂ ਹੈਗਾ। ਤੇ ਕਿਹੜੇ ਆਰਟੀਕਲ 'ਚ ਹੁੰਦਾ? 21 ਦੇ ਵਿੱਚ। ਚਲੋ ਨੈਕਸਟ ਕੁਐਸਚਨ ਹੈ, ਵਟ ਇਜ਼ ਦਾ ਮਿਨੀਮਮ ਏਜ ਪ੍ਰਿਸਕ੍ਰਾਈਬਡ ਇਨ ਇੰਡੀਆ ਆਫ ਇਟਸ ਸਿਟੀਜ਼ਨ ਟੂ ਕਾਸਟ ਦੇਅਰ ਵੋਟ, ਕਹਿੰਦੇ ਇੰਡੀਆ ਦੇ ਵਿੱਚ ਮਿਨੀਮਮ ਏਜ ਕਿੰਨੀ ਦੱਸੀ ਗਈ ਆ ਵੋਟ ਪਾਉਣ ਦੇ ਲਈ? ਇਹ ਤਾਂ ਮੈਨੂੰ ਲੱਗਦਾ ਸਾਰਿਆਂ ਨੂੰ ਪਤਾ ਹੋਊਗਾ। ਕੁਐਸਚਨ ਨੰਬਰ ਇਹਦਾ ਆਂਸਰ ਹੈਗਾ ਜੀ 18 ਸਾਲ। ਦੇਖੋ ਜਦੋਂ ਸਾਨੂੰ ਇੰਡੀਪੈਂਡੈਂਸ ਮਿਲੀ ਹੈ 1947 ਦੇ ਵਿੱਚ, ਉਦੋਂ ਬਾਅਦ 50 ਦੇ ਵਿੱਚ ਅਸੀਂ ਕੌਨਸਟੀਟਿਊਸ਼ਨ ਨੂੰ ਇੰਪਲੀਮੈਂਟ ਕੀਤਾ। ਉਸ ਟਾਈਮ ਤੇ ਜਿਹੜੀ ਏਜ ਸੀਗੀ ਉਹ 21 ਈਅਰ ਸੀਗੀ ਵੋਟ ਪਾਉਣ ਦੀ, ਠੀਕ ਹੈ। ਲੇਕਿਨ 1989 ਦੇ ਵਿੱਚ 61st ਅਮੈਂਡਮੈਂਟ ਹੁੰਦੀ ਆ, ਇਸ ਅਮੈਂਡਮੈਂਟ ਦੇ ਵਿੱਚ ਜਿਹੜੀ ਏਜ ਆ ਉਹ 21 ਤੋਂ ਰਿਡਿਊਸ ਕਰਕੇ ਕਰ ਦਿੱਤੀ ਗਈ ਆ 18 ਈਅਰ। ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਹੈ, ਇੱਥੇ ਅਮੈਂਡਮੈਂਟ ਨੰਬਰ ਵੀ ਯਾਦ ਰੱਖਣਾ ਹੈ, ਈਅਰ ਵੀ ਯਾਦ ਰੱਖਣਾ ਹੈ, ਠੀਕ ਹੈ। ਚਲਿਏ ਅੱਗੇ ਨੈਕਸਟ ਕੁਐਸਚਨ ਹੈ ਸਾਡੇ ਕੋਲ, ਵਿਚ ਆਫ ਦਾ ਫੋਲੋਇੰਗ ਰਾਈਟ ਇਜ਼ ਨਾਟ ਗਰੰਟਡ ਬਾਈ ਦਾ ਕੌਨਸਟੀਟਿਊਸ਼ਨ ਆਫ ਇੰਡੀਆ ਐਟ ਪ੍ਰੈਜ਼ੈਂਟ ਐਜ਼ ਅ ਫੰਡਾਮੈਂਟਲ ਰਾਈਟ,
ਐਟ ਪ੍ਰੈਜ਼ੈਂਟ ਕਹਿੰਦੇ ਕਿਹੜਾ ਇਦਾਂ ਦਾ ਰਾਈਟ ਆ ਜਿਹਨੂੰ ਕਨਸਟੀਟਿਊਸ਼ਨ ਦੇ ਵਿੱਚ ਫੰਡਾਮੈਂਟਲ ਰਾਈਟ ਨਹੀਂ ਕਿਹਾ ਜਾਂਦਾ। ਰਾਈਟ ਟੂ ਇਕੁਐਲਿਟੀ, ਰਾਈਟ ਟੂ ਫਰੀडम, ਰਾਈਟ ਟੂ ਪ੍ਰੋਪਰਟੀ, ਰਾਈਟ ਅਗੇਂਸਟ ਐਕਸਪਲੋਇਟੇਸ਼ਨ। ਪਤਾ ਹੀ ਆਪਾਂ ਨੂੰ ਰਾਈਟ ਟੂ ਇਕੁਐਲਿਟੀ ਕੀ ਹੈ ਜੀ, ਸਾਡੇ ਕੋਲੇ ਆਰਟੀਕਲ 14, ਠੀਕ ਆ, ਇਹਨੂੰ ਅਸੀਂ ਆਰਟੀਕਲ 14 to 18 ਵੀ ਕਾਊਂਟ ਕਰਦੇ ਹਾਂ। ਫਰੀडम ਵਾਲੇ ਹੈਗੇ ਸਾਡੇ ਕੋਲ 25 to 28। ਪ੍ਰੋਪਰਟੀ ਆਪਾਂ ਦੱਸਣਾ ਹੀ ਨਹੀਂਗਾ, ਠੀਕ ਆ ਜੀ। ਤੇ ਰਾਈਟ ਅਗੇਂਸਟ ਐਕਸਪਲੋਇਟੇਸ਼ਨ 23 to 24। ਸੋ ਇਟ ਮੀਨਸ ਰਾਈਟ ਟੂ ਪ੍ਰੋਪਰਟੀ ਕੀ ਹੈ ਐਟ ਪ੍ਰੈਜ਼ੈਂਟ ਸਾਡੇ ਕੋਲੇ ਫੰਡਾਮੈਂਟਲ ਰਾਈਟ ਨਹੀਂ ਹੈ। ਪਹਿਲਾਂ ਹੁੰਦਾ ਸੀਗਾ 31st ਆਰਟੀਕਲ ਦੇ ਅੰਡਰ ਐਂਡ 90F ਦੇ ਅੰਡਰ। ਹੁਣ ਇਹ ਕਿੱਥੇ ਚਲਾ ਗਿਆ ਜੀ, 300A ਦੇ ਵਿੱਚ। ਅਮੈਂਡਮੈਂਟ ਨੰਬਰ ਪਤਾ ਹੀ ਹੈ 44th ਈਅਰ 1978। ਚਲੋ ਨੈਕਸਟ ਕੁਐਸਚਨ ਹੈ, when were the fundamental duties of the Indian constitution incorporate in the constitution। ਕਹਿੰਦੇ ਕਦੋਂ ਜਿਹੜੀਆਂ ਡਿਊਟੀਜ਼ ਆ ਉਹਨਾਂ ਨੂੰ ਆਪਣੇ ਕਨਸਟੀਟਿਊਸ਼ਨ ਦੇ ਵਿੱਚ ਐਡ ਕੀਤਾ ਗਿਆ। 1952, 76, 79 ਤੇ 81। ਯਾਦ ਹੋਊਗਾ ਫੰਡਾਮੈਂਟਲ ਡਿਊਟੀਜ਼ ਆਪਾਂ ਡਿਟੇਲ ਨਾਲ ਕੀਤੀਆਂ ਸੀਗੀਆਂ ਇਸ ਤੋਂ ਪਹਿਲੇ ਕਲਾਸ ਦੇ ਵਿੱਚ। ਜੇ ਤੁਸੀਂ ਨਵੇਂ ਹੋ ਨਹੀਂ ਦੇਖੀ ਕਲਾਸ ਨੂੰ ਰਿਪੀਟ ਜ਼ਰੂਰ ਕਰੋ। ਤੇ ਆਨਸਰ ਕੀ ਸਾਡੇ ਕੋਲ ਹੈ ਜੀ 1976। ਉਹਦੇ ਵਿੱਚ ਮੈਂ ਤੁਹਾਨੂੰ ਅਮੈਂਡਮੈਂਟ ਨੰਬਰ ਵੀ ਦੱਸਿਆ ਸੀਗਾ। ਅਮੈਂਡਮੈਂਟ ਨੰਬਰ ਹੈਗਾ 42nd ਅਮੈਂਡਮੈਂਟ ਨੰਬਰ, ਜੋ ਕਿ 1976 'ਚ ਹੋਇਆ ਸੀਗਾ। ਤੇ 42nd ਅਮੈਂਡਮੈਂਟ ਨੰਬਰ ਨੂੰ ਅਸੀਂ ਮਿੰਨੀ ਕਨਸਟੀਟਿਊਸ਼ਨ ਵੀ ਕਹਿੰਦੇ ਆ। ਕੀ ਕਹਿੰਦੇ ਆ ਜੀ, ਮਿੰਨੀ ਕਨਸਟੀਟਿਊਸ਼ਨ, ਯਾਦ ਕਰ ਲਿਓ। ਚਲੋ ਅੱਗੇ ਚੱਲਦੇ ਹਾਂ। ਨੈਕਸਟ ਕੁਐਸਚਨ ਹੈ, ਵਿਚ ਆਫ ਦਾ ਕੰਪੀਟੈਂਟ ਬੋਡੀ ਟੂ ਪ੍ਰਿਸਕ੍ਰਾਈਬਸ ਕੰਡੀਸ਼ਨ ਫॉर द ਐਕੁਜੀਸ਼ਨ ਆਫ ਦਾ ਸਿਟੀਜ਼ਨਸ਼ਿਪ। ਕਹਿੰਦੇ ਕਿਹੜੀ ਇਦਾਂ ਦੀ ਬੋਡੀ ਆ ਜਿਹੜੀ ਇਹ ਪ੍ਰਿਸਕ੍ਰਾਈਬ ਕਰੂਗੀ ਕੰਡੀਸ਼ਨਸ ਕਿ ਕਦੋਂ ਅਸੀਂ ਸਿਟੀਜ਼ਨਸ਼ਿਪ ਲੈ ਸਕਦੇ ਹਾਂ, ਐਕੁਜੀਸ਼ਨ ਕਰ ਸਕਦੇ ਹਾਂ। ਇਲੈਕਸ਼ਨ ਕਮਿਸ਼ਨ ਆਪਸ਼ਨ ਨੰਬਰ ਫਸਟ ਹੈ ਸਾਡੇ ਕੋਲੇ, ਸੈਕੰਡ ਆ ਪ੍ਰੈਜ਼ੀਡੈਂਟ, ਥਰਡ ਹੈ ਪਾਰਲੀਮੈਂਟ, ਫੋਰਥ ਆ ਪਾਰਲੀਮੈਂਟ ਐਂਡ ਅਸੈਂਬਲੀ। ਠੀਕ ਹੈ, ਤੇ ਜਿਹੜਾ ਦਾ ਸਹੀ ਆਨਸਰ ਹੈ ਉਹ ਸਾਡੇ ਕੋਲ ਹੈਗਾ ਜੀ ਪਾਰਲੀਮੈਂਟ। ਕਨਸਟੀਟਿਊਸ਼ਨ ਦੇ ਵਿੱਚ ਲਿਖਿਆ ਗਿਆ ਸਿਟੀਜ਼ਨਸ਼ਿਪ ਨੂੰ ਲੈ ਕੇ ਸਾਡੇ ਕੋਲੇ ਜਿਹੜਾ ਹੈਗਾ ਜੀ ਪਾਰਟ 2 ਹੈ। ਠੀਕ ਹੈ, ਪਾਰਟ 2 ਆਰਟੀਕਲ 5 ਤੋਂ ਲੈ ਕੇ 11 ਤੱਕ ਇਹਦੇ ਵਿੱਚ ਮੈਂਸ਼ਨ ਕੀਤਾ ਗਿਆ ਕਿ ਕਿਹੜੇ ਕਿਹੜੇ ਬੰਦੇ ਜਦੋਂ ਅਸੀਂ ਇੰਪਲੀਮੈਂਟ ਕੀਤਾ ਕਨਸਟੀਟਿਊਸ਼ਨ ਉਹ ਸਿਟੀਜ਼ਨ ਹੋਣਗੇ ਐਂਡ ਉਦੋਂ ਬਾਅਦ ਜਿਹੜੀ ਪਾਵਰ ਆ ਉਹ ਪਾਰਲੀਮੈਂਟ ਕੋਲ ਹੋਊਗੀ ਜੀ। ਠੀਕ ਹੈ ਜੀ, ਇਹ ਸਾਨੂੰ ਇਹਦੇ ਵਿੱਚ ਲਿਖਿਆ ਗਿਆ ਤੇ ਇਟ ਮੀਨਸ ਸਾਡਾ ਆਨਸਰ ਹੋਊਗਾ ਪਾਰਲੀਮੈਂਟ। ਆਪਸ਼ਨ ਨੰਬਰ 3 ਇਜ਼ ਦਾ ਕਰੈਕਟ ਆਨਸਰ। ਨੈਕਸਟ ਕੁਐਸਚਨ ਹੈ, ਦਾ ਕਨਸਟੀਟਿਊਸ਼ਨ ਆਫ ਇੰਡੀਆ ਅਸ਼ੋਰਸ ਇਕਨੋਮਿਕ ਜਸਟਿਸ ਟੂ ਦਾ ਸਿਟੀਜ਼ਨ ਥਰੂ। ਕਹਿੰਦੇ ਜਿਹੜੇ ਇਕਨੋਮਿਕ ਜਸਟਿਸ ਦੀ ਗੱਲ ਕੀਤੀ ਗਈ ਹੈ ਸਾਡਾ ਕਨਸਟੀਟਿਊਸ਼ਨ ਉਹ ਸਾਨੂੰ ਦਿੰਦਾ ਆ, ਲੇਕਿਨ ਉਹ ਕਿਹਦੇ ਥਰੂ ਦਊਗਾ ਜੀ, ਦੇਖਦੇ ਹਾਂ ਆਪਾਂ। ਆਪਸ਼ਨ ਨੰਬਰ ਫਸਟ ਸਾਡੇ ਕੋਲ ਹੈਗਾ ਆ ਫੰਡਾਮੈਂਟਲ ਰਾਈਟ, ਆਪਸ਼ਨ ਨੰਬਰ 2 ਹੈਗਾ ਸਾਡੇ ਕੋਲੇ ਫੰਡਾਮੈਂਟਲ ਡਿਊਟੀਜ਼, ਆਪਸ਼ਨ ਨੰਬਰ 3 ਹੈਗਾ ਸਾਡੇ ਕੋਲੇ ਪ੍ਰੀਐਮਬਲ, ਤੇ ਆਪਸ਼ਨ ਨੰਬਰ 4 ਹੈਗਾ ਸਾਡੇ ਕੋਲੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ। ਦੇਖੋ ਜੀ ਇਕਨੋਮਿਕ ਜਸਟਿਸ, ਤੁਸੀਂ ਇਹ ਪ੍ਰੀਐਮਬਲ ਨੂੰ ਧਿਆਨ ਨਾਲ ਪੜ੍ਹੋ, ਉੱਥੇ ਲਿਖਿਆ ਗਿਆ ਆ ਆਪਣੇ ਜਿਹੜੇ ਸਿਟੀਜ਼ਨ ਉਹਨਾਂ ਦੇ ਲਈ ਕੀ ਆ, ਜਸਟਿਸ ਆ। ਕੀ ਆ ਜੀ, ਜਸਟਿਸ। ਤੇ ਜਸਟਿਸ ਉਹਨਾਂ ਨੇ ਦੱਸਿਆ ਕਿੰਨੇ ਤਰ੍ਹਾਂ ਦਾ, ਸੋਸ਼ਲ, ਇਕਨੋਮਿਕ ਐਂਡ ਪੋਲੀਟੀਕਲ। ਠੀਕ ਆ, ਤੇ ਜੇ ਮੈਂ ਪ੍ਰੀਐਮਬਲ ਨੂੰ ਲੈ ਕੇ ਚੱਲਾਂ ਤੇ ਮੇਰਾ ਆਨਸਰ ਇਹ ਬਣਦਾ ਜੀ ਪ੍ਰੀਐਮਬਲ, ਆਪਸ਼ਨ ਨੰਬਰ 3। ਤੇ ਮੀਨਸ ਪ੍ਰੀਐਮਬਲ ਦੇ ਵਿੱਚ ਦੱਸਿਆ ਗਿਆ ਕਿ ਜਸਟਿਸ 3 ਤਰ੍ਹਾਂ ਦਾ ਹੋਊਗਾ, ਸੋਸ਼ਲ, ਇਕਨੋਮਿਕ ਤੇ ਪੋਲੀਟੀਕਲ। ਤੇ ਉਹਨਾਂ ਨੇ ਪੁੱਛਿਆ ਕਿ ਜੀ ਇਕਨੋਮਿਕ ਜਸਟਿਸ, ਇਟ ਮੀਨਸ ਸਾਡੇ ਕੋਲ ਇਹ ਪ੍ਰੀਐਮਬਲ ਦੇ ਵਿੱਚ ਮੈਂਸ਼ਨ ਹੈ। ਚਲੋ ਨੈਕਸਟ ਕੁਐਸਚਨ ਹੈ, ਦਾ ਰਾਈਟ ਟੂ ਪਬਲਿਕ ਆਫਿਸ। ਕਹਿੰਦੇ ਜਿਹੜਾ ਰਾਈਟ ਟੂ ਪਬਲਿਕ ਆਫਿਸ ਆ ਇਹ ਕੀ ਆ, ਸਿਵਲ ਰਾਈਟ ਹੈ ਸਾਡੇ ਕੋਲੇ। ਆਪਸ਼ਨ ਨੰਬਰ 2 ਕਹਿੰਦਾ ਸਾਡੇ ਕੋਲੇ ਜੀ ਇਕਨੋਮਿਕ ਰਾਈਟ ਹੈ, ਆਪਸ਼ਨ ਨੰਬਰ 3 ਸਾਡੇ ਕੋਲ ਕਹਿੰਦਾ ਮੋਰਲ ਰਾਈਟ ਹੈ, ਆਪਸ਼ਨ ਨੰਬਰ 4 ਕਹਿੰਦਾ ਪੋਲੀਟੀਕਲ ਰਾਈਟ ਹੈ। ਦੇਖੋ ਰਾਈਟ ਟੂ ਪਬਲਿਕ ਆਫਿਸ ਇਹ ਸਾਡਾ ਹੈਗਾ ਜੀ ਸਿਵਲ ਰਾਈਟ। ਕਿਹੜਾ ਜੀ, ਸਿਵਲ ਰਾਈਟ। ਆਪਸ਼ਨ ਨੰਬਰ ਫਸਟ ਇਜ਼ ਦਾ ਕਰੈਕਟ ਆਨਸਰ। ਚਲੋ ਨੈਕਸਟ ਚੱਲਦੇ ਹਾਂ, ਨੋਟ ਟੂ ਡਿਸਟਰੋਏ ਦਾ ਗੌਰਮੈਂਟ ਪ੍ਰੋਪਰਟੀ। ਗੌਰਮੈਂਟ ਦੀ ਪ੍ਰੋਪਰਟੀ ਨੂੰ ਅਸੀਂ ਖਰਾਬ ਨਹੀਂ ਕਰਨਾ। ਇਹ ਕੀ ਆ, ਪੋਜ਼ਿਟਿਵ ਡਿਊਟੀ, ਲੀਗਲ ਡਿਊਟੀ, ਸਿਵਲ ਡਿਊਟੀ ਐਂਡ ਨੈਗੇਟਿਵ ਡਿਊਟੀ। ਸਾਡੀ ਇਹ ਸਿਵਲ ਡਿਊਟੀ ਆ ਜੀ ਕਿ ਅਸੀਂ ਪਬਲਿਕ ਪ੍ਰੋਪਰਟੀ ਨੂੰ ਖਤਮ ਨਹੀਂ ਕਰਨਾ। ਠੀਕ ਹੈ, ਤਾਂ ਆਪਸ਼ਨ ਨੰਬਰ 3 ਸਾਡਾ ਹੈਗਾ ਸਹੀ ਆਨਸਰ। ਨੈਕਸਟ ਸਾਡੇ ਕੋਲ ਹੈਗਾ ਜੀ, ਹੂ ਪ੍ਰਪੋਜ਼ਡ ਦਾ ਪ੍ਰੀਐਮਬਲ ਬਿਫੋਰ ਦਾ ਡਰਾਫਟਿੰਗ ਕਮੇਟੀ ਆਫ ਦਾ ਕਨਸਟੀਟਿਊਸ਼ਨ। ਪ੍ਰੀਐਮਬਲ ਨੂੰ ਕਿਹਨੇ ਕਹਿੰਦਾ ਆਪਣੇ ਪ੍ਰਪੋਜ਼ ਕੀਤਾ ਸੀਗਾ ਡਰਾਫਟਿੰਗ ਕਮੇਟੀ ਦੇ ਸਾਹਮਣੇ। ਆਪਸ਼ਨ ਆਪਣੇ ਕੋਲੇ ਜਵਾਹਰ ਲਾਲ ਨਹਿਰੂ ਜੀ, ਸੈਕੰਡ ਆਪਸ਼ਨ ਹੈ ਬੀ ਆਰ ਅੰਬੇਦਕਰ ਜੀ, ਥਰਡ ਆਪਸ਼ਨ ਹੈ ਬੀ ਐਨ ਰਾਓ ਜੀ, ਤੇ ਫੋਰਥ ਆਪਸ਼ਨ ਹੈ ਮਹਾਤਮਾ ਗਾਂਧੀ ਜੀ। ਇਹਦਾ ਸਹੀ ਆਨਸਰ ਹੈ ਸਾਡੇ ਕੋਲੇ ਜਵਾਹਰ ਲਾਲ ਨਹਿਰੂ। ਮੈਂ ਇੱਕ ਵੀਡੀਓ ਇਹ ਤੋਂ ਪਹਿਲਾਂ ਦੱਸ ਵੀ ਚੁੱਕਾ, ਐਕਸਪਲੇਨ ਕੀਤਾ ਸੀਗਾ ਕਿ ਆਪਣੇ ਕੋਲੇ 1946 ਦੇ ਵਿੱਚ 13 ਦਸੰਬਰ ਨੂੰ, ਤਰੀਕ ਯਾਦ ਰੱਖਿਓ, ਜਵਾਹਰ ਲਾਲ ਨਹਿਰੂ ਜੀ ਨੇ ਓਬਜੈਕਟਿਵ ਰੈਜ਼ੋਲੂਸ਼ਨ ਪ੍ਰੈਜ਼ੈਂਟ ਕੀਤਾ ਸੀਗਾ। ਓਬਜੈਕਟਿਵ ਰੈਜ਼ੋਲੂਸ਼ਨ ਇਸ ਦਿਨ
ਠੀਕ ਆ। ਉਹ ਕੀ ਸੀਗਾ, ਆਈਡੀਆ ਸੀਗਾ ਕਿ ਕਿੱਦਾਂ ਬਣੂਗਾ ਸਾਡਾ ਕਨਸਟੀਟਿਊਸ਼ਨ। ਉਸ ਤੋਂ ਬਾਅਦ ਇਸੇ ਆਬਜੈਕਟਿਵ ਰੈਜ਼ੋਲੂਸ਼ਨ ਨੂੰ 22 ਜਨਵਰੀ ਨੂੰ ਅਡੋਪਟ ਕੀਤਾ ਗਿਆ 1947 ਦੇ ਵਿੱਚ ਸਾਰੀ ਅਸੈਂਬਲੀ ਦੇ ਦੁਆਰਾ। ਫਿਰ ਜਦੋਂ ਇਹ ਸਾਰਾ ਕੁਝ ਹੋ ਗਿਆ ਤੇ ਐਟ ਦੀ ਐਂਡ ਆਫ ਦਾ ਜਦੋਂ ਕਨਸਟੀਟਿਊਸ਼ਨ ਬਣ ਕੇ ਤਿਆਰ ਹੋ ਗਿਆ ਤੇ ਇਸੇ ਆਬਜੈਕਟਿਵ ਰੈਜ਼ੋਲੂਸ਼ਨ ਨੂੰ ਮੋਡੀਫਾਈ ਕਰਕੇ ਅਸੀਂ ਬਣਾਤਾ ਜੀ ਪ੍ਰੀਐਮਬਲ। ਠੀਕ ਹੈ, ਏਰੀਆ ਦੀ ਪੂਰੀ ਸਟੋਰੀ ਤਾਂ ਕੁਐਸਚਨ ਇੱਥੋਂ ਬਣ ਸਕਦਾ। ਚਲੋ ਲਾਸਟ ਕੁਐਸਚਨ ਅੱਜ ਦੀ ਵੀਡੀਓ ਦਾ, ਡਿਊਲ ਸਿਟੀਜ਼ਨਸ਼ਿਪ ਇਜ਼ ਅ ਫੀਚਰ ਆਫ, ਕਹਿੰਦੇ ਜਿਹੜਾ ਡਿਊਲ ਸਿਟੀਜ਼ਨਸ਼ਿਪ ਆ ਉਹ ਕਾਹਦਾ ਫੀਚਰ ਆ, ਯੂਨਿਟਰੀ ਗਵਰਨਮੈਂਟ ਦਾ, ਫੈਡਰਲ ਗਵਰਨਮੈਂਟ ਦਾ, ਪਾਰਲੀਮੈਂਟਰੀ ਗਵਰਨਮੈਂਟ ਦਾ ਤੇ ਪ੍ਰੈਜ਼ੀਡੈਂਸ਼ੀਅਲ ਗਵਰਨਮੈਂਟ ਦਾ। ਡਿਊਲ ਸਿਟੀਜ਼ਨਸ਼ਿਪ ਸਾਡੇ ਕੋਲ ਹੈਗਾ ਜੀ ਫੈਡਰਲ ਗਵਰਨਮੈਂਟ ਦਾ ਕੰਸੈਪਟ, ਜਿਹੜਾ ਕਿ USA ਦੀ ਇੱਕ ਐਗਜ਼ਾਮਪਲ ਹੈ। USA ਵਿੱਚ ਸਾਨੂੰ ਡਿਊਲ ਸਿਟੀਜ਼ਨਸ਼ਿਪ ਮਿਲਦੀ ਹੈ। ਕਲੀਅਰ। ਇੰਡੀਆ ਵਿੱਚ ਸਿੰਗਲ ਸਿਟੀਜ਼ਨਸ਼ਿਪ ਆ। ਤੇ ਮੈਨੂੰ ਆਨਸਰ 'ਚ ਦੱਸਿਓ, ਕਮੈਂਟ ਕਰਿਓ ਜੀ ਕਿ ਅਸੀਂ ਸਿੰਗਲ ਸਿਟੀਜ਼ਨਸ਼ਿਪ ਦਾ ਕੰਸੈਪਟ ਕਿਹੜੀ ਕੰਟਰੀ ਤੋਂ ਬੋਰੋ ਕੀਤਾ। ਆਪਾਂ ਇਸੇ ਵੀਡੀਓ ਵਿੱਚ ਪਹਿਲਾਂ ਕੀਤਾ ਹੋਇਆ, ਇਸੇ ਵੀਡੀਓ 'ਚ ਕੀਤਾ। ਠੀਕ ਹੈ, ਨਹੀਂ ਆਨਸਰ ਪਤਾ ਧਿਆਨ ਨਾਲ ਇੱਕ ਵਾਰ ਵੀਡੀਓ ਦੇਖਿਓ, ਫਿਰ ਆਨਸਰ ਫਾਈਂਡ ਆਊਟ ਕਰਕੇ ਕਮੈਂਟ ਬਾਕਸ 'ਚ ਜ਼ਰੂਰ ਕਰਿਓ। ਜੇ ਤੁਸੀਂ ਇੱਥੇ ਆਨਸਰ ਕਰੋਗੇ ਕੁਐਸਚਨ ਦੇ, ਐਗਜ਼ਾਮ ਵਿੱਚ ਵੀ ਜ਼ਰੂਰ ਕਰੋਗੇ। ਠੀਕ, ਚਲੋ ਜੀ। ਤਾਂ ਉਮੀਦ ਹੈ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਇਹ ਸੀ ਅੱਜ ਦੀ ਸਾਡੀ ਵੀਡੀਓ। ਤੇ ਜੇ ਵੀਡੀਓ ਵਧੀਆ ਲੱਗੀ ਹੈ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ, ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ, ਕਮੈਂਟ ਕਰੋ ਜਿੰਨੇ ਕੁਐਸਚਨ ਪੁੱਛਦਾ ਮੈਂ ਉਹਨਾਂ ਦੇ ਆਨਸਰ, ਤੇ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ। ਤੇ ਜੇ ਕੋਈ ਕੁਐਰੀ ਹੈ PPSC ਨੂੰ ਲੈ ਕੇ ਜਾਂ PCS ਨੂੰ ਲੈ ਕੇ ਖਾਸ ਕਰਕੇ, ਠੀਕ ਹੈ, ਇਸ ਨੰਬਰ 'ਤੇ ਮੈਨੂੰ ਤੁਸੀਂ ਕੰਟੈਕਟ ਕਰ ਲਓ, ਮੈਨੂੰ ਤੁਸੀਂ ਮੈਸੇਜ ਕਰ ਸਕਦੇ ਹੋ, ਤੁਹਾਡੀ ਹਰ ਇੱਕ ਕੁਐਰੀ ਦਾ ਆਨਸਰ ਦਿੱਤਾ ਜਾਊਗਾ। ਓਕੇ ਜੀ, ਥੈਂਕ ਯੂ, ਹੈਵ ਅ ਗੁੱਡ ਡੇ।